ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੋ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਪੰਜਵਾ। ਨਰਕ ਘੋਰ ਬਹੁ ਦੁਖ ਘਣੇ ਅਕਿਰਤ ਘਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੂਏ ਹਰਾਮ। ਨਰਕ ਘੋਰ ਬਹੁ ਦੁਖ ਘਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। 315 ਅੰਗ ਤੇ ਗੌੜੀ ਕੀ ਵਾਰ ਮਹੱਲਾ ਚੌਥਾ ਦੇ ਵਿੱਚ 29ਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਸ਼ਲੋਕ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਹੈ। ਨਰਕ ਘੋਰ ਬਹੁ ਦੁਖ ਘਣੇ ਅਕਿਰਤ ਘਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੂਏ ਹਰਾਮ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਘੋਰ ਦਾ ਮਤਲਬ ਹੈ ਕੁੰਭੀ ਨਰਕ, ਬਹੁਤਾ ਜ਼ਿਆਦਾ ਭਿਆਨਕ ਘੋਰ ਕੁੰਭੀ ਨਰਕ। ਕੁੰਭ ਕਹਿੰਦੇ ਘੜੇ ਨੂੰ, ਘੜੇ ਵਰਗਾ ਮੂੰਹ ਹੋਣਾ, ਉਹਦੇ ਵਿੱਚ ਮਿੱਝ ਅਤੇ ਪਾਕ ਉਬਲਦੀ ਆ ਗਰਮ ਥੱਲਿਓਂ ਅੱਗ ਬਾਲ ਕੇ। ਭਾਵ ਇੰਨਾ ਵੱਡਾ ਉਹ ਨਰਕ ਜਿਹਦਾ ਮੂੰਹ ਘੜੇ ਵਾਂਗੂ ਹੈ, ਉਹਦੇ ਵਿੱਚ ਜੀਵ ਨੂੰ ਸਿੱਟ ਕੇ ਉਬਾਲਿਆ ਜਾਂਦਾ। ਉਹਨੂੰ ਕਹਿੰਦੇ ਕੁੰਭੀ ਨਰਕ ਵਿੱਚ ਬਹੁਤ ਘਣੇ ਬਹੁਤ ਤੋਂ ਬਹੁਤ ਦੁੱਖ ਨੇ। ਮਹਾਰਾਜ ਕਹਿੰਦੇ ਉਹ ਦੁੱਖ ਪਰ ਕਿਹਨੂੰ ਦਿੱਤੇ ਜਾਂਦੇ ਨੇ? ਉਹ ਨਰਕ ਜਿਹੜਾ ਹੈ ਕਿਰਤ ਘਣਾ ਦਾ ਸਥਾਨ ਹੈ ਜੀ। ਕਹਿੰਦੇ ਆ ਕਿਰਤ ਘਣ ਜਿਹੜੇ ਜੀਵ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਫਰਮਾਨ ਕੀਤਾ, ਨਾ ਤਿਸ ਭਾਰੇ ਪਰਬਤਾਂ ਸਮਾਨ ਖਹੰਦੇ। ਧਰਤੀ ਨੂੰ ਜਦੋਂ ਪਰਮੇਸ਼ਰ ਜੀ ਨੇ ਪੁੱਛਿਆ ਤੈਨੂੰ ਕਾਹਦਾ ਭਾਰ ਹੈ ਧਰਤੀ, ਜਿਹੜੀਆਂ ਇੰਨੀਆਂ ਪੁਕਾਰਾਂ ਕਰਦੀਆਂ ਮੇਰੇ ਪਾਸ, ਕੀ ਪਰਬਤਾਂ ਦਾ ਭਾਰ ਲੱਗਦਾ? ਕਹਿੰਦੇ ਨਹੀਂ ਜੀ। ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ। ਨਾ ਕਿਲਿਆਂ ਦਾ ਨਾ ਘਰ ਬਾਰਾਂ ਦਾ ਭਾਰ ਹੈ। ਨਾ ਤਿਸ ਭਾਰੇ ਸਾਇਰਾ ਨਦ ਵਾਹ ਵਹੰਦੇ। ਨਾ ਮੈਨੂੰ ਸਮੁੰਦਰਾਂ ਦਾ ਭਾਰ ਲੱਗਦਾ, ਇੰਨਾ ਇੰਨਾ ਪਾਣੀ ਸਮੁੰਦਰ 'ਚ। ਨਾ ਨਦੀਆਂ ਦਾ ਭਾਰ ਹੈ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਨਾ ਮੈਨੂੰ ਭਾਰੇ ਭਾਰੇ ਦਰਖਤਾਂ ਦਾ ਭਾਰ ਵੀ ਨਹੀਂ। ਇੰਨੇ ਇੰਨੇ ਉਹਨਾਂ ਨੂੰ ਕੁਇੰਟਲਾਂ ਦੇ ਹਿਸਾਬ ਨਾਲ ਫਲ ਲੱਗਦੇ, ਦਰਖਤ ਝੁਕ ਜਾਂਦੇ ਨੇ। ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ। ਅਣਗਿਣਤ ਜੀ ਫਿਰਦੇ ਨੇ, ਅਰਬਾਂ ਦੇ ਹਿਸਾਬ ਨਾਲ ਤਾਂ ਬੰਦੇ ਹੀ ਨੇ। ਬਾਕੀ 84 ਲੱਖ ਵਿੱਚ ਕਿੰਨੇ ਬੰਦੇ ਨੇ ਇਹ ਕੋਈ ਹਿਸਾਬ ਨਹੀਂ। ਕੋਈ ਜੀਵ ਜੰਤ ਛੋਟੇ ਮੋਟੇ। ਕਹਿੰਦੇ ਭਾਰ ਕਾਹਦਾ? ਭਾਰੇ ਪੋਈਆਂ ਕਿਰਤ ਘਣ ਮੰਦੀ ਹੂੰ ਮੰਦੇ। ਕਹਿੰਦੇ ਮੈਨੂੰ ਧਰਤੀ ਉੱਤੇ ਜਿਹੜੇ ਅਕਿਰਤ ਘਣ ਲੋਕ ਨੇ ਨਾ, ਉਹਨਾਂ ਦਾ ਭਾਰ ਵਿਆਪਤਾ। ਫਿਰ ਅਕਿਰਤ ਘਣ ਦੀ ਡੈਫੀਨੇਸ਼ਨ ਕੀ ਹੈ? ਅਕਿਰਤ ਘਣ ਕਿਹਨੂੰ ਕਹਿੰਦੇ ਨੇ? ਕਹਿੰਦੇ ਫਿਰ ਇਹਦੇ ਉੱਤੇ ਪ੍ਰਮਾਣ ਦਿੱਤਾ ਇੱਕ। ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਕਹਿੰਦੇ ਕੁੱਤਾ ਵੱਢ ਕੇ ਉਹਦਾ ਮਾਸ ਸ਼ਰਾਬ ਦੇ ਵਿੱਚ ਉਬਾਲਿਆ ਕਿਸੇ ਬੰਦੇ ਨੇ, ਭਾਵ ਮੀਟ ਬਣਾਇਆ ਉਹਦਾ। ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ। ਸੋ ਬਹੁਤ ਹੀ ਜ਼ਿਆਦਾ ਬਦਬੂ ਗੰਦੀ ਸੀ। ਬੰਦੇ ਮਰੇ ਹੋਏ ਦੀ ਖੋਪੜੀ ਦੀ ਉਹਦਾ ਬਰਤਨ ਬਣਾਇਆ, ਉਹਦੇ ਵਿੱਚ ਉਹ ਪਾਇਆ। ਰਤੂ ਭਰਿਆ ਕੱਪੜਾ ਕਰ ਕੱਜਣ ਤਾਸ। ਜਿਹੜਾ ਖੂਨ ਸੀ, ਖੂਨ ਦਾ ਲਿਬੜਿਆ ਹੋਇਆ ਕੱਪੜੇ ਨਾਲ ਢਕਿਆ ਹੋਇਆ। ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਵਿਸ਼ੇ ਵਿਕਾਰ ਭੋਗਦੀ ਹੋਈ ਚੂੜੀ ਉਹ ਚੀਜ਼ਾਂ ਬਣਾ ਕੇ ਢੱਕ ਕੇ ਕੱਪੜੇ ਦੇ ਨਾਲ ਲੈ ਕੇ ਚੱਲੀ।
ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਉਹ ਕਿਸੇ ਨੇ ਪੁੱਛਿਆ ਵੀ ਇਹ ਕੀ ਹੈ? ਕਹਿੰਦੇ ਇਹ ਬੰਦੇ ਦੀ ਖੋਪੜੀ ਵਿੱਚ ਕੁੱਤੇ ਦਾ ਮਾਸ ਸ਼ਰਾਬ ਵਿੱਚ ਮੀਟ ਬਣਾ ਕੇ ਲੈ ਕੇ ਚੱਲੀ। ਕਹਿੰਦੇ ਇਹ ਢਕਿਆ ਵੀ ਤੂੰ ਖੂਨੀ ਕੱਪੜੇ ਨਾਲ ਆ, ਬੜਾ ਗੰਦਾ ਬਦਬੂ ਮਾਰਦੀ, ਵੈਸੇ ਹੀ ਨਹੀਂ ਸੁੰਘਿਆ ਜਾਂਦਾ ਇਹ ਤਾਂ। ਇਹ ਕੀ ਤੋਂ ਡਰਦੀ ਹੈ ਤੂੰ? ਸੋ ਉਸ ਵਕਤ ਕਹਿਣ ਲੱਗੀ ਨਦਰੀ ਪਵੈ ਕਿਰਤ ਘਣ ਮਤ ਹੋਏ ਵਿਨਾਸ਼। ਮੈਂ ਕਹਿੰਦੀ ਕਿਸੇ ਕਿਰਤ ਘਣ ਦੀ ਨਿਗਾਹ ਪੈ ਕੇ ਸਾਰਾ ਮਾਸ ਖਰਾਬ ਨਾ ਹੋ ਜਾਵੇ। ਇੰਨੀ ਭੈੜੀ ਅਕਿਰਤ ਘਣ ਬੰਦੇ ਦੀ ਦੇਖਣੀ ਆ, ਜਾਂ ਅਕਿਰਤ ਘਣ ਇੰਨਾ ਮਾੜਾ ਗਿਣਿਆ ਕਿ ਧਰਤੀ ਦੇ ਉੱਤੇ ਹੋਰ ਕਿਸੇ ਦਾ ਭਾਰ ਨਹੀਂ ਗਿਣਿਆ ਧਰਤੀ ਨੇ। ਅਕਿਰਤ ਘਣ ਬੰਦਿਆਂ ਦਾ ਜਿਹੜੇ ਲੈ ਕੇ ਰੱਬ ਤੋਂ ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਸਾਰਾ ਕੁਝ ਲੈ ਕੇ ਫੇਰ ਮੁੱਕਰ ਜਾਂਦੇ ਨੇ। ਸਾਨੂੰ ਰੱਬ ਨੇ ਕੀ ਦਿੱਤਾ? ਸਾਡੇ ਲਈ ਮਹਾਰਾਜ ਨੇ ਕੀ ਕੀਤਾ ਹੈ? ਅਕਿਰਤ ਘਣ ਜਿਹੜਾ ਇਨਸਾਨ ਹੈ ਉਹਦੀ ਗੱਲ ਕਰਦੇ ਨੇ। ਫਿਰ ਉਹਨੂੰ ਕੁੰਭੀ ਨਰਕ ਵਿੱਚ ਮਹਾਰਾਜ ਕਹਿੰਦੇ ਪਾਇਆ ਜਾਂਦਾ ਹੈ। ਸੋ ਜੋ ਪਦਾਰਥਾਂ ਦੇਣ ਵਾਲੇ ਪਰਮਾਤਮਾ ਨੂੰ ਨਹੀਂ ਜਾਣਦੇ ਅਕਿਰਤ ਘਣ, ਮਹਾਰਾਜ ਕਥਨ ਕਰਦੇ ਨੇ ਉਹਨਾਂ ਕਿਰਤ ਘਣਾਂ ਨੂੰ ਵਾਹਿਗੁਰੂ ਨੇ ਮਾਰਿਆ, ਉਹ ਹਰਾਮ ਹੁੰਦੇ ਨੇ, ਅਧਰਮੀ ਹੋ ਕੇ ਮਰਦੇ ਨੇ। ਮਹੱਲਾ ਪੰਜਵਾ। ਅਵਖਦ ਸਭੇ ਕੀਤਿਅਨ ਨਿੰਦਕ ਕਾ ਦਾਰੂ ਨਾਹਿ, ਆਪੇ ਭੁਲਾਏ ਨਾਨਕਾ ਪਾਛੇ ਪਾਛੇ ਜੋਨੀ ਪਾਹੇ। ਪਰਮੇਸ਼ਰ ਨੇ ਸਭ ਰੋਗਾਂ ਦੇ ਅਵਖਦ ਹੁੰਦਾ ਦਾਰੂ ਕੀਤੇ ਨੇ, ਦਵਾਈਆਂ ਬਣਾਈਆਂ ਨੇ, ਹਰੇਕ ਰੋਗ ਦੀ ਦਵਾਈ ਹੈ। ਪਰ ਨਿੰਦਿਆ ਕਰਨ ਵਾਲੇ ਬੰਦੇ ਦਾ ਕੋਈ ਦਵਾਈ ਦਾਰੂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਜਿਨ੍ਹਾਂ ਨੂੰ ਆਪ ਪਰਮੇਸ਼ਰ ਭੁਲਾ ਦਿੰਦਾ ਉਹ ਪਚ ਪਚ ਕੇ ਖਰਾਬ ਹੋ ਕੇ ਸੜ ਸੜ ਕੇ ਜੂਨੀਆਂ 'ਚ ਪੈਂਦੇ ਨੇ। ਦਵਾਈ ਨਿੰਦਕ ਦੀ ਕੋਈ ਨਹੀਂ। ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਨਿੰਦਕ ਨੂੰ ਸੁਧਾਰ ਲਈਏ ਜਾਂ ਸਹੀ ਪਾਸੇ ਲਾ ਲਈਏ, ਉਹ ਨਹੀਂ ਮੰਨਣ ਲੱਗਿਆ। ਕਿਉਂਕਿ ਜਿਹਦੀ ਬੁੱਧੀ ਪੁੱਠੀ ਹੈ, ਬਿਰਤੀ ਪੁੱਠੀ ਹੈ, ਉਹ ਮੰਨਦਾ ਹੀ ਨਹੀਂ। ਪੌੜੀ ਪੰਜਵਾ। ਤੁਸ ਦਿੱਤਾ ਪੂਰੈ ਸਤਿਗੁਰੂ ਹਰ ਧਨ ਸੱਚ ਅਖੁੱਟ। ਜਿਸ ਪੁਰਸ਼ ਨੂੰ ਪੂਰੇ ਸਤਿਗੁਰਾਂ ਨੇ ਤੁਸ ਪ੍ਰਸੰਨ ਹੋ ਕੇ, ਸੋ ਅਖੁੱਟ ਹੁੰਦਾ ਨਾਮ ਮੁੱਕਣ ਵਾਲਾ ਹਰੀ ਦਾ ਸੱਚ ਨਾਮ ਰੂਪੀ ਧਨ ਦੇ ਦਿੱਤਾ ਹੈ। ਸਭ ਅੰਦੇਸੇ ਮਿਟ ਗਏ ਜਮ ਕਾ ਪਉ ਛੁੱਟ। ਉਹਦੇ ਸਾਰੇ ਜਿਹੜੇ ਅੰਦੇਸੇ ਸੀ, ਸੰਸੇ ਸੀ, ਉਹ ਮਿਟ ਗਏ ਅਤੇ ਜਮਦੂਤਾਂ ਦਾ ਖੌਫ ਵੀ ਉਹਦਾ ਛੁੱਟ ਗਿਆ। ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ, ਵਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ। ਕਹਿੰਦੇ ਕਾਮ ਕ੍ਰੋਧ ਆਦਿਕ ਬੁਰਾਈਆਂ ਸੰਤਾਂ ਦੇ ਸੰਗ ਕਰਕੇ ਉਹਨਾਂ ਦੀਆਂ ਸਾਰੀਆਂ ਹੀ ਟੁੱਟ ਗਈਆਂ, ਅਤੇ ਸੱਚੇ ਪਰਮੇਸ਼ਰ ਤੋਂ ਬਿਨਾਂ ਜੋ ਪੁਰਸ਼ ਜਿਹੜੇ ਦੂਜਿਆਂ ਨੂੰ ਸੇਵਦੇ ਨੇ ਨਾ, ਇੱਕ ਵਾਹਿਗੁਰੂ ਨੂੰ ਛੱਡ ਕੇ, ਉਹ ਇਨਸਾਨ ਜਿਹੜੇ ਨੇ, ਐਸੇ ਜਿਹੜੇ ਲੋਕ ਨੇ ਸੰਸਾਰ ਦੇ ਅੰਦਰ, ਉਹ ਬੁੱਟ ਹੋ ਕੇ ਅੰਗ ਪਤੰਗ ਹੋ ਕੇ ਝੜ ਮਰਦੇ ਨੇ। ਉਹਨਾਂ ਦੇ ਬੁੱਟ ਜਿਹੜੇ ਮਤਲਬ ਹੁੰਦੇ ਜ਼ਬਾਨ ਹੀ ਬੰਦ ਹੋ ਗਈ। ਜਿਵੇਂ ਕਈ ਕਹਿੰਦੇ ਨੇ ਮੇਰੇ ਬੁੱਟ ਦੁਖਦੇ ਨੇ, ਜਿਵੇਂ ਦੰਦ ਜਿਹੜੇ ਬੁੱਟਾਂ ਦੇ ਵਿੱਚ ਲੱਗੇ ਹੋਏ ਨੇ, ਹੋਏ ਮਰਸਨ ਬੁੱਟ। ਉਹਨਾਂ ਨੂੰ ਬੁੱਟ ਦੀ ਬਿਮਾਰੀ ਜਿਹੜੀ ਹੁੰਦੀ ਹੈ ਪਾਇਰੀਆ ਆਦਿਕ ਹੋ ਕੇ ਮੂੰਹ ਹੀ ਬੰਦ ਹੋ ਜਾਂਦਾ, ਮੂੰਹ ਦੇ ਵਿੱਚ ਕੀੜੇ ਪੈ ਜਾਂਦੇ ਨੇ। ਨਾਨਕ ਕਉ ਗੁਰ ਬਖਸ਼ਿਆ ਨਾਮੈ ਸੰਗ ਜੁੱਟ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੂੰ ਗੁਰਾਂ ਨੇ ਬਖਸ਼ਿਆ ਉਹ ਨਾਮ ਦੇ ਨਾਲ ਜੁੱਟ ਹੁੰਦਾ, ਜੁੜ ਗਏ, ਉਹਨਾਂ ਉੱਤੇ ਕਿਰਪਾ ਹੋ ਗਈ। ਸ਼ਲੋਕ ਮਹੱਲਾ ਚੌਥਾ। ਤਪਾ ਨਾ ਹੋਵੈ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਜੋ ਅੰਦਰੋਂ ਲੋਭੀ ਹੋਵੇ ਉਹ ਤਪਾ ਨਹੀਂ ਹੋ ਸਕਦਾ। ਇਹ ਤਾਂ ਨਿਤਾ ਪ੍ਰਤੀ ਮਾਇਆ ਦੇ ਵਾਸਤੇ ਹੀ ਜਜਮਾਲਿਆ ਹੁੰਦਾ, ਦੁਖੀ ਹੋਇਆ ਫਿਰਦਾ। ਸੋ ਇਹ ਉਸ ਵੇਲੇ ਦਾ ਬਚਨ ਕਰਦੇ ਮਹਾਰਾਜ ਚੌਥੇ ਪਾਤਸ਼ਾਹ ਜੀ। ਜਿਸ ਵੇਲੇ ਸ੍ਰੀ ਬਾਉਲੀ ਸਾਹਿਬ ਤਿਆਰ ਹੋ ਗਈ ਤਾਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਅਨੁਸਾਰ ਉਹਦੀ ਚੱਠ ਵਾਸਤੇ ਬੜਾ ਭਾਰੀ ਯੱਗ ਰਚਿਆ ਸੀ। ਜਦੋਂ ਲੰਗਰ ਲਾਇਆ, ਜਿਸ ਵੇਲੇ ਬੜੇ ਬੜੇ ਰਿਸ਼ੀ ਮੁਨੀ, ਭਗਤ ਜਨ, ਸੰਤ ਜਨ, ਬ੍ਰਾਹਮਣ ਬੁਲਾਏ, ਤਪੇ ਨੂੰ ਵੀ ਸੱਦਿਆ, ਪਿੱਛੇ ਆਪਾਂ ਸ਼ਰਵਣ ਵੀ ਕੀਤਾ ਹੈ, ਪਰ ਉਹ ਈਰਖਾ ਦੀ ਅੱਗ ਵਿੱਚ ਸੜੇ ਹੋਏ ਨੇ। ਜਵਾਬ ਦੇ ਦਿੱਤਾ। ਫਿਰ ਗੁਰੂ ਸਾਹਿਬ ਨੇ ਡੌਂਡੀ ਵੀ ਪਟਵਾਈ। ਡੌਂਡੀ ਪੁਰਾਣੇ ਜ਼ਮਾਨੇ 'ਚ ਢੋਲ ਕੁੱਟ ਕੇ ਤੇ ਉਹ ਸਾਰੇ ਪਿੰਡ ਵਿੱਚ ਅਨਾਊਂਸਮੈਂਟ ਕਰਦਾ ਜਿਹੜਾ ਬੰਦਾ, ਕਿ ਜੋ ਪੁਰਸ਼ ਯੱਗ ਵਿੱਚ ਆ ਕੇ ਪ੍ਰਸ਼ਾਦ ਛਕੇਗਾ ਉਹਨੂੰ 5-5 ਮੋਹਰਾਂ ਦਿੱਤੀਆਂ ਜਾਣਗੀਆਂ। ਜਦ ਤਪੇ ਨੇ ਗੱਲ ਸੁਣੀ ਤਾਂ ਮਨ ਰਹਿ ਨਾ ਸਕਿਆ। ਉਸ ਵੇਲੇ 10 ਮੋਹਰਾਂ ਦੇ ਲਾਲਚ ਪਿੱਛੇ ਆਪਣੇ ਪੁੱਤਰ ਨੂੰ ਲਾਲ ਲਿਆ।
ਜਦੋਂ ਅੱਗੇ ਆਇਆ ਤਾਂ ਦਰਵਾਜ਼ੇ ਤੇ ਖਲੋਤਾ ਵੇਖ ਕੇ ਮਹਾਰਾਜ ਕਹਿੰਦੇ ਉਹ ਪਿੱਛੇ ਹਟ ਗਿਆ। ਉਸ ਵੇਲੇ ਤਪੇ ਦੀ ਹੋਰ ਕੋਈ ਵਾਹ ਨਾ ਗਈ ਤਾਂ ਪੁੱਤਰ ਨੂੰ ਕਹਿੰਦਾ ਤੂੰ ਐਂ ਕਰ, ਤੈਨੂੰ ਕੰਧ ਟਪਾ ਦਿੰਦਾ ਅੰਦਰ। ਕੰਧ ਟਪਾ ਕੇ ਅੰਦਰ ਚਲਿਆ ਜਾ, ਉੱਥੇ ਰੋਟੀ ਖਾ, 10 ਮੋਹਰਾਂ ਲਿਆਈ, ਥੋੜੀ ਰੋਟੀ ਖਾਈ, ਦੁਬਾਰਾ ਫੇਰ ਟਪਾ ਦੂੰਗਾ। ਉਸ ਵਕਤ ਉਸ ਵੇਲੇ ਉਹ ਜਦੋਂ ਬੱਚੇ ਨੂੰ ਕੰਧ ਟਪਾਈ, ਹੁਣ ਕੰਧ ਸੀ ਉੱਚੀ, ਇੱਧਰੋਂ ਤਾਂ ਚੜਾਤਾ, ਉਹ ਉਧਰੋਂ ਡਰਦਾ ਛਾਲ ਨਾ ਮਾਰੇ ਵੀ ਬਾਪੂ ਮੇਰੀ ਲੱਤ ਟੁੱਟ ਜਾਊ, ਕਹਿੰਦਾ ਕੁਛ ਨਹੀਂ, ਧੱਕਾ ਦੇਤਾ ਉਹਨੂੰ। ਉਸ ਵੇਲੇ ਨੂੰ ਸੱਟ ਲੱਗ ਗਈ, ਲੱਤ ਟੁੱਟ ਗਈ, ਪਰ ਬੱਚਾ ਸਮਝ ਕੇ ਅਸੀਂ ਉਹਨੂੰ ਕੁਝ ਨਾ ਕਿਹਾ ਤੇ ਤਪਾ ਬਾਹਰ ਫਿਰਦਾ ਹੋਇਆ ਕਈਆਂ ਨੂੰ ਆਖੇ ਮੈਨੂੰ ਅੰਦਰ ਲੰਘਾ ਦਿਓ। ਸਿੱਖਾਂ ਨੇ ਸਤਿਗੁਰੂ ਜੀ ਨੂੰ ਬਚਨ ਕੀਤਾ ਇਹਨੂੰ ਵੀ ਅੰਦਰ ਲੰਘਣ ਦਿਓ, ਤਾਂ ਉਸ ਵੇਲੇ ਮਹਾਰਾਜ ਨੇ ਇਹ ਸ਼ਲੋਕ ਉਚਾਰਿਆ, ਕਹਿੰਦੇ ਲੋਭੀ ਹੋਇਆ ਐਵੇਂ ਦੁਖੀ ਹੋਇਆ ਫਿਰਦਾ, ਪਹਿਲਾਂ ਬੁਲਾਇਆ ਸੀ ਉਦੋਂ ਤਾਂ ਆਇਆ ਨਹੀਂ। ਕਹਿਣ ਤੋਂ ਭਾਵ ਕਿ ਮਾਇਆ ਦਾ ਜਿਹੜਾ ਜਜਮਾਲਿਆ ਦਬਾਇਆ ਹੋਇਆ ਫਿਰਦਾ ਤੇ ਅੱਗੋਂ ਦੇ ਸੱਦਿਆ, ਪਹਿਲਾਂ ਵੀ ਇਹ ਆਪਾਂ ਸ਼ਰਵਣ ਕਰ ਚੁੱਕੇ ਹਾਂ। ਅੱਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਅੱਗੋਂ ਦੇ ਸੱਦਿਆ, ਪਹਿਲਾਂ ਇਹਨੂੰ ਸੱਦਾ ਭੇਜਿਆ ਸੀ, ਸੱਦ ਭੇਜਿਆ ਜਦੋਂ, ਪਰ ਇਹਨੇ ਸਤ ਧਰਮ ਦੀ ਭਿਖਿਆ ਨਾ ਲਈ, ਸਤ ਬਚਨ ਨਾ ਕਿਹਾ। ਸਤ ਧਰਮ ਦੀ ਭਿਖਿਆ ਉਹਨੂੰ ਕਹਿੰਦੇ ਨੇ ਜਿਹੜੀ ਆਪਸ ਵਿੱਚ ਪ੍ਰਸੰਨਤਾ ਨਾਲ ਲਈ ਦਿੱਤੀ ਜਾਵੇ। ਜਿਵੇਂ ਪਿਆਰ ਨਾਲ ਕਿਸੇ ਨੂੰ ਆਪਾਂ ਕੁਝ ਦਈਏ ਉਹ ਵੀ ਪ੍ਰਸੰਨ ਹੋ ਕੇ ਲੈ ਕੇ ਤੁਰ ਜੇ। ਜਦ ਮਹਾਰਾਜ ਨੇ 5-5 ਮੋਹਰਾਂ 10-10 ਮੋਹਰਾਂ ਦਛਣਾ ਦੇਣ ਨੂੰ ਕਹੀ ਤਾਂ ਪਿੱਛੋਂ ਪਛਤਾਤਾਪ ਕਰਕੇ ਤਪੇ ਨੇ ਪੁੱਤਰ ਨੂੰ ਲਿਆ ਕੇ ਪੰਗ 'ਚ ਬਿਠਾਤਾ, ਕੰਧ ਟਪਾ ਕੇ ਪਰਲੇ ਪਾਸੇ ਸੁੱਟ ਦਿੱਤਾ। ਉਹ ਤਪੇ ਦਾ ਲੜਕੇ ਨੂੰ ਸੱਟ ਲੱਗੀ, ਜਦ ਉਹ ਚੀਕਾ ਮਾਰੇ ਸਾਰਿਆਂ ਨੇ ਪਛਾਣ ਲਿਆ, ਪਿੰਡ ਵਾਲਿਆਂ ਨੇ, ਉਹ ਇਹ ਤਾਂ ਤਪੇ ਦਾ ਲੜਕਾ, ਕੰਧ ਤੋਂ ਟਪਾ ਕੇ ਮਾਰਿਆ ਅੰਦਰ ਨੂੰ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ। ਉਸ ਵੇਲੇ ਜਿਹੜੇ ਪੰਜ ਲੋਕ ਸੀ, ਭਾਵ ਨੰਬਰਦਾਰ ਤੇ ਸ੍ਰੇਸ਼ਟ ਮਹਾਤਮਾ ਲੋਕ, ਹੋਰ ਸਾਰੇ ਸਿਆਣੇ ਸਿਆਣੇ ਪੰਚਾਇਤ ਦੇ ਲੋਕ ਸਾਰੇ ਹੱਸਣ ਲੱਗ ਪਏ। ਕਹਿੰਦੇ ਦੇਖੋ ਤਪਾ ਤਾਂ ਲੋਭ ਦੀ ਲਹਿਰ 'ਚ ਗਾਲਿਆ, ਕਿੱਦਾਂ ਨਿਆਣੇ ਨੂੰ ਸਿੱਟਿਆ ਅੰਦਰ ਵੀ ਖਾ ਕੇ ਰੋਟੀ ਆ ਤੇ ਪੈਸੇ ਲਿਆ, ਮੋਹਰਾਂ ਲਿਆ। ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਭਿੱਟੈ ਨਾਹੀ, ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਹੁਣ ਜਿੱਥੇ ਥੋੜਾ ਧਨ ਵੇਖਦਾ ਉੱਥੇ ਤਪਾ ਛੋਂਦਾ ਵੀ ਨਹੀਂ। ਪਹਿਲਾਂ 1 ਰੁਪਈਆ ਸੀ, 2 ਰੁਪਈਏ, ਉੱਥੇ ਆਇਆ ਨਹੀਂ। ਜਦੋਂ ਲਾਲਚ ਦਿੱਤਾ ਮੋਹਰਾਂ ਦਾ, ਫੇਰ ਬਹੁਤੇ ਧਨ ਨੂੰ ਵੇਖ ਕੇ ਤਪੇ ਨੇ ਆਪਣਾ ਧਰਮ ਗਵਾ ਦਿੱਤਾ। ਫੇਰ ਕਿਉਂ ਭੱਜਿਆ ਆਇਆ, ਪਹਿਲਾਂ ਨਾ ਕਰ ਦਿੱਤੀ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਇਹ ਭਾਈ ਇਹ ਲਾਲਚੀ ਬੰਦਾ ਹੈ, ਤਪਾ ਨਹੀਂ ਹੁੰਦਾ, ਕਿਉਂਕਿ ਲਾਲਚੀ ਬੰਦਾ ਕਦੇ ਤਪਾ ਹੋ ਹੀ ਨਹੀਂ ਸਕਦਾ। ਇਹਨੂੰ ਤਾਂ ਧਨ ਦਾ ਬਹੁਤ ਲਾਲਚ ਹੈ, ਇਸ ਕਰਕੇ ਇਹ ਤਪਾ ਹੈ ਹੀ ਨਹੀਂ। ਇਹ ਤਾਂ ਬਗਲਾ ਪਖੰਡੀ ਹੈ। ਸੰਤ ਜਨਾਂ ਨੇ ਆਪਸ 'ਚ ਬੈਠ ਕੇ ਇਹ ਸਾਰਿਆਂ ਨੇ ਮਤਾ ਕੀਤਾ, ਸਲਾਹ ਕੀਤੀ ਬਈ ਪਿੰਡ ਵਾਲਿਆਂ ਨੂੰ ਵੀ ਲੋਕਾਂ ਨੇ ਕਿਹਾ ਉਹ ਇਹਨੂੰ ਤੁਸੀਂ ਤਪਾ ਕਹਿੰਦੇ ਹੋ, ਦੇਖੋ ਕਿੱਡਾ ਲਾਲਚੀ ਆਦਮੀ ਹੈ। ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੈ, ਏਤ ਦੁਖੈ ਤਪਾ ਦੈ ਮਾਰਿਆ। ਹੁਣ ਜੋ ਸਤਪੁਰਖ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਤਪੁਰਖ ਦੇ ਸਰੂਪ ਜੋ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਨਿੰਦਿਆ ਦੇਖੋ ਇਹ ਤਪਾ ਕਰਦਾ ਹੈ। ਸ਼ਰਮ ਨਹੀਂ ਆਉਂਦੀ ਇਹਨੂੰ ਤਪਾ ਨੂੰ ਨਿੰਦਿਆ ਕਰਦਿਆਂ ਹੋਇਆ। ਸੰਸਾਰੀ ਜੀਵਾਂ ਦੀ ਉਸਤ 'ਚ ਲੱਗਿਆ ਹੋਇਆ, ਇਹ ਨਿੰਦਕ ਲੋਕਾਂ ਦੀ ਨਿਸ਼ਾਨੀ ਹੁੰਦੀ। ਸੰਸਾਰੀ ਜੀਵਾਂ ਦੀ ਤਾਂ ਉਸਤਤ ਕਰੀ ਜਾਣੀ। ਸੋ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਇਹ ਦੋਸ਼ ਕਰਕੇ ਜਿਹੜਾ ਸੀ ਦੱਦਾ ਯਈਏ ਸਿਆਰੀ ਦਇਆ ਤੋਂ ਭਾਵ ਹੁੰਦਾ ਪ੍ਰੇਰਕ, ਪਰਮੇਸ਼ਰ ਨੇ ਤਪੇ ਨੂੰ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਨਾਲ ਵੇਖੋ ਜੋ ਤਪੇ ਨੂੰ ਫਲ ਲੱਗਿਆ ਨਾ, ਤਪੇ ਦਾ ਸਭ ਘਾਲਿਆ ਤੋਂ ਭਾਵ ਕੀਤਾ ਕਤਰਿਆ ਵਿਅਰਥ ਹੀ ਚਲਿਆ ਗਿਆ, ਕੋਈ ਫਾਇਦਾ ਤਾਂ ਹੋਇਆ ਨਾ। ਬਾਹਰ ਬਹੈ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹੈ ਤਪਾ ਪਾਪ ਕਮਾਏ। ਬਾਹਰ ਸਿਆਣਿਆਂ ਵਿੱਚ, ਪੰਚਾਂ ਤੋਂ ਭਾਵ ਪੰਚਾਇਤਾਂ 'ਚ, ਲੰਬੜਦਾਰਾਂ ਚੌਧਰੀਆਂ 'ਚ ਬੈਠ ਕੇ ਇਹ ਆਪਣੇ ਆਪ ਨੂੰ ਤਪਾ ਸਦਾਉਂਦਾ, ਤੇ ਅੰਦਰ ਬੈਠ ਕੇ ਤਪਾ ਕਈ ਪ੍ਰਕਾਰ ਦੇ ਪਾਪ ਕਰਮਾਂ ਨੂੰ ਕਮਾਉਂਦਾ ਹੈ। 316 ਅੰਗ ਤੇ ਮਹਾਰਾਜ ਅਗਲੀ ਪੰਕਤੀ ਫਰਮਾਨ ਕਰਦੇ ਨੇ, ਹਰ ਅੰਦਰਲਾ ਪਾਪ ਪੰਚਾਂ ਨੂੰ ਉਘਾ ਕਰ ਵੇਖਾਲਿਆ। ਹੁਣ ਪ੍ਰਮਾਤਮਾ ਨੇ ਇਹਦੇ ਪਰਦੇ ਜ਼ਾਹਰ ਕਰਨੇ ਹੀ ਸੀ। ਕਹਿੰਦੇ ਵਾਹਿਗੁਰੂ ਨੇ ਅੰਦਰਲਾ ਪਾਪ ਪੰਚਾਂ ਨੂੰ ਭਾਵ ਨੰਬਰਦਾਰਾਂ ਨੂੰ, ਜਿਹੜੇ ਬੜੀ ਸਿਫਤ ਕਰਦੇ ਸੀ, ਤਪਾ ਤਾਂ ਬੜਾ ਸਾਹ ਚੜਾ ਕੇ ਬਹਿੰਦਾ, ਉਹ ਤਾਂ ਸਮਾਧੀ ਲਾ ਕੇ ਬਹਿੰਦਾ, ਉਹ ਤਾਂ ਬੜਾ ਚੰਗਾ ਹੈ,
ਸਾਰੀ ਪੰਚਾਇਤ ਨੂੰ ਉੱਘਾ ਤੋਂ ਭਾਵ ਪ੍ਰਗਟ ਕਰਕੇ ਅਕਾਲ ਪੁਰਖ ਨੇ ਦਿਖਾਤਾ। ਸੋ ਇੱਕ ਵਾਰੀ ਦੀ ਗੱਲ ਹੈ ਕਿ ਮਰਵਾਹਿਆਂ ਨੇ ਕਿਧਰੇ ਪ੍ਰਦੇਸ਼ ਜਾਣਾ ਸੀ। ਉਹਨਾਂ ਨੇ ਵਿਚਾਰਿਆ ਕਿ ਬਾਹਰ ਗਿਆ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਣਾ, ਇਸ ਤੇ ਉਹਨੇ ਪਹਿਲੇ ਤਪੇ ਜੀ ਦਾ ਦਰਸ਼ਨ ਕਰਕੇ ਪਹਿਲਾਂ ਆਗਿਆ ਲੈ ਕੇ ਚੱਲੀਏ। ਜਦ ਉਹ ਦਰਸ਼ਨ ਕਰਨ ਆਏ ਤਾਂ ਬੂਹੇ ਬੰਦ ਸਨ। ਬਥੇਰਾ ਖੜਕਾਇਆ, ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਗੁੱਸੇ 'ਚ ਆ ਕੇ ਬੂਹੇ ਦੀਆਂ ਚੂਥੀਆਂ ਭੰਨ ਕੇ ਅੰਦਰ ਵੜ ਗਏ। ਜਾ ਕੇ ਕੀ ਵੇਖਿਆ ਕਿ ਤਪਾ ਜੀ ਪਰ ਇਸਤਰੀ ਲੰਪਟ ਹੋ ਰਹੇ ਸਨ। ਉਸ ਵੇਲੇ ਮਰਵਾਹਿਆਂ ਨੇ ਬੜਾ ਕੁੱਟਿਆ ਤੇ ਤਪਾ ਜੀ ਦਾ ਸਾਰਾ ਪਾਜ ਖੁੱਲ ਗਿਆ। ਇਹ ਵੀ ਬਚਨ ਕਿਹਾ ਮਹਾਰਾਜ ਨੇ। ਧਰਮ ਰਾਏ ਜਮ ਕੰਕਰਾਂ ਨੂੰ ਆਖਿਆ, ਦੁਬਾਰਾ ਕਰਨੀ ਹੈ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਏਸ ਤਪੇ ਨੂੰ ਤਿੱਥੈ ਖੜ ਪਾਇਓ, ਜਿੱਥੈ ਮਹਾ ਮਹਾ ਹਤਿਆਰਿਆ। ਉਸ ਵੇਲੇ ਧਰਮ ਰਾਜੇ ਨੇ ਵੀ ਜਮਦੂਤਾਂ ਨੂੰ ਆਖ ਛੱਡਿਆ ਕਿ ਇਹ ਤਪੇ ਨੂੰ ਤਾਂ ਉੱਥੇ ਲਿਜਾ ਕੇ ਪਾਇਓ ਜਿੱਥੇ ਬੜੇ ਬੜੇ ਹਥਿਆਰੇ ਪਾਏ, ਕੁੰਭੀ ਨਰਕ 'ਚ ਪਾਉਣਾ ਇਹਨੂੰ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੂੰ ਤੇ ਸੰਗਤ ਨੂੰ ਇਹ ਪਰੇਸ਼ਾਨ ਕਰਦਾ ਹੈ ਤੇ ਬੜੇ ਬੜੇ ਮਾੜੇ ਕਰਮ ਕਰਕੇ ਇਸ ਪ੍ਰਕਾਰ ਕਰਮ ਕਰ ਰਿਹਾ ਹੈ। ਫਿਰ ਇਸ ਤਪੇ ਦਾ ਮੋਹਿ ਕੋਈ ਲੱਗਹੁ ਨਾਹੀ, ਇਹੋ ਸਤਿਗੁਰ ਹੈ ਫਿਟਕਾਰਿਆ। ਫਿਰ ਮੁੜ ਕੇ ਇਸ ਤਪੇ ਦੇ ਮੂੰਹ ਕਿਸੇ ਨੂੰ ਲੱਗਣਾ, ਕਿਉਂਕਿ ਸਤਿਗੁਰਾਂ ਦਾ ਫਿਟਕਾਰਾ ਹੋਇਆ। ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨੂੰ ਮੂੰਹ ਨਹੀਂ ਲਾਉਣਾ ਕਿਸੇ ਨੇ। ਇਸੇ ਪ੍ਰਕਾਰ ਜਿਵੇਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਜਾਂਦਾ ਵੀ ਇਹ ਬੰਦਾ ਪੰਥ ਵਿੱਚੋਂ ਛੇਕਿਆ, ਕਿਸੇ ਨੇ ਮੂੰਹ ਨਹੀਂ ਲਾਉਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਪੇ ਨੂੰ ਕਹਿ ਦਿੱਤਾ ਸੰਗਤ ਨੂੰ ਭਾਈ, ਜਿਵੇਂ ਸੱਤੇ ਬਲਵੰਡੇ ਬਾਰੇ ਵੀ ਇਹ ਹੋਇਆ ਸੀ ਅੱਗੇ ਚੱਲ ਕੇ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦੈ ਸਵਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਨੇ, ਹਰੀ ਸਰੂਪ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਜੋ ਵਰਤਿਆ ਉਹ ਅਸਾਂ ਨੇ ਆਖ ਕੇ ਭਾਈ ਤੁਹਾਨੂੰ ਸੁਣਾ ਦਿੱਤਾ। ਪਰ ਇਸ ਸਿਧਾਂਤ ਨੂੰ ਉਹ ਸਮਝਦਾ ਜੋ ਦਇਆ ਹੁੰਦਾ ਪ੍ਰੇਰਕ ਪ੍ਰਮਾਤਮਾ ਦਾ ਸਵਾਰਿਆ ਹੋਇਆ ਜੀਵ ਹੈ। ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ। ਹਰ ਕੀਰਤਨ ਭਗਤ ਨਿਤ ਗਾਵੰਦੇ, ਹਰ ਨਾਮ ਸੁਖਦਾਈ। ਹਰੀ ਦੇ ਭਗਤਾਂ ਨੇ ਹਰੀ ਨੂੰ ਆਰਾਧਿਆ, ਮਨ ਕਰਕੇ ਆਰਾਧਿਆ ਅਤੇ ਹਰੀ ਦੀ ਵਡਿਆਈ ਕੀਤੀ ਹੈ ਜ਼ੁਬਾਨ ਦੇ ਨਾਲ, ਬਾਣੀ ਕਰਕੇ। ਭਗਤ ਨਿਤਾ ਪ੍ਰਤੀ ਹਰੀ ਦੇ ਕੀਰਤਨ ਜਸ ਨੂੰ ਗਾਉਂਦੇ ਨੇ ਅਤੇ ਸੁਖਦਾਈ ਹਰੀ ਦੇ ਨਾਮ ਨੂੰ ਜਪਦੇ ਨੇ। ਉਹਨਾਂ ਦਾ ਕਰਮ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ, ਬਖਸ਼ੀਆਂ ਨਿਤ ਚੜ੍ਹੈ ਸਵਾਈ। ਹਰੀ ਨੇ ਆਪਣੀਆਂ ਭਗਤਾਂ ਨੂੰ ਨਿਤਾ ਪ੍ਰਤੀ ਹਰ ਰੋਜ਼ ਨਾਮ ਦੀ ਵਡਿਆਈ ਨਿਤਨੇਮ ਵਜੋਂ ਬਖਸ਼ਿਸ਼ ਕੀਤੀ ਹੈ, ਜੋ ਨਿਤ ਹੀ ਸਵਾਈ ਤੋਂ ਸਵਾਈ ਵੱਧ ਤੋਂ ਵੱਧ ਚੜ੍ਹ ਰਹੀ ਹੈ, ਚੜ੍ਹਦੀ ਕਲਾ ਹੁੰਦੀ ਹੈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਂ ਆਪਣੀ ਪੈਜ ਰਖਾਈ। ਹੁਣ ਹਰੀ ਪਰਮੇਸ਼ਰ ਜੀ ਨੇ ਆਪਣੀਆਂ ਭਗਤਾਂ ਨੂੰ ਥਿਰ ਘਰੀ ਹੁੰਦਾ ਅਚਲ ਸਰੂਪ ਘਰ ਵਿੱਚ ਬਿਠਾਇਆ, ਅੰਦਰ ਹਿਰਦੇ 'ਚ ਮਨ ਟਿਕਾ ਦਿੱਤਾ ਉਹਨਾਂ ਦਾ। ਪ੍ਰਤੱਖ ਵੀ ਉਹਨਾਂ ਨੂੰ ਘਰ ਦੇ ਦਿੱਤੇ ਭਗਤਾਂ ਨੂੰ, ਹਿਰਦੇ ਰੂਪ ਘਰ ਵਿੱਚ ਸਾਧ ਸੰਗਤ ਰੂਪੀ ਘਰ ਵਿੱਚ ਪਹਿਲਾਂ ਬਿਠਾਇਆ, ਫਿਰ ਹਿਰਦੇ ਰੂਪੀ ਘਰ 'ਚ ਟਿਕ ਗਏ, ਫਿਰ ਸੱਚਖੰਡ ਵੀ ਟਿਕ ਗਏ। ਹੁਣ ਹਰੀ ਨੇ ਜਿਹੜੀ ਭਗਤਾਂ ਦੀ ਪੈਜ ਰੱਖੀ ਹੈ ਇਹ ਉਹ ਵਾਹਿਗੁਰੂ ਨੇ ਆਪਣੀ ਹੀ ਪਤ ਆਬਰੂ ਰੱਖੀ ਹੈ, ਭਾਵ ਆਪਣੀ ਪੈਜ ਰਖਾਈ। ਇਹਦੇ 'ਚ ਹਰੀ ਦੀ ਹੋਈ ਪਤ ਆਬਰੂ ਹੈ। ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ, ਬਹੁ ਦੇਹ ਸਜਾਈ। ਹੁਣ ਉਹ ਹਰੀ ਜਿਹੜਾ ਪਰਮੇਸ਼ਰ ਵਾਹਿਗੁਰੂ ਆਪ ਨਿੰਦਕ ਪੁਰਸ਼ਾਂ ਪਾਸੋਂ ਲੇਖਾ ਮੰਗਦਾ ਹੈ, ਕਰਮਾਂ ਦੇ ਅਨੁਸਾਰ ਉਹਨਾਂ ਨੂੰ ਬਹੁਤੀ ਸਾਰੀ ਸਜ਼ਾ ਦਿੰਦਾ ਹੈ। ਜੇਹਾ ਨਿੰਦਕ ਆਪਣੇ ਜੀਅ ਕਮਾਵੰਦੇ, ਤੇਹੋ ਫਲ ਪਾਈ। ਨਿੰਦਕ ਬੰਦੇ ਜਿਹੋ ਜਿਹਾ ਕਰਮ ਆਪਣੇ ਜੀਅ ਅੰਦਰ ਕਮਾਉਂਦੇ ਨੇ, ਉਹ ਸੰਸਾਰ ਤੇ ਇਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਨੇ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਜੋ ਅੰਦਰ ਵੜ ਕੇ ਭਾਵ ਲੋਕ ਕੇ ਕਰਮ ਕਮਾਇਆ ਉਹ ਸਰ ਪਰ ਜ਼ਰੂਰ ਬਰ ਜ਼ਰੂਰ ਕਹਿੰਦੇ ਉਗੜੈ ਪ੍ਰਗਟ ਹੋ ਜਾਂਦਾ। ਭਾਵੇਂ ਕੋਈ ਧਰਤੀ ਦੇ ਵਿੱਚ ਭਾਵ ਗੁਫਾ 'ਚ ਬੈਠ ਕੇ ਮਾੜਾ ਕੰਮ ਕਰੇ, ਉਹ ਕਹੇ ਵੀ ਕਿਸੇ ਨੇ ਦੇਖਿਆ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਿਆ, ਪਰ ਪ੍ਰਮਾਤਮਾ ਆਪ ਉਹਦੇ ਕੀਤੇ ਹੋਏ ਮਾੜੇ ਕਰਮ ਨੂੰ ਦੁਨੀਆ ਦੇ ਅੰਦਰ ਪ੍ਰਗਟ ਕਰਕੇ ਸਾਹਮਣੇ ਲੈ ਆਉਂਦਾ। ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ। ਹੁਣ ਮਹਾਰਾਜ ਕਥਨ ਕਰਦੇ ਨੇ ਹਰੀ ਦੀ ਵਡਿਆਈ ਨੂੰ ਦੇਖ ਕੇ ਭਗਤ ਜਨਾਂ ਦਾ ਮਨ ਖਿੜ ਗਿਆ। ਵਾਹਿਗੁਰੂ ਭਗਤਾਂ ਦੀ ਤਾਂ ਲਾਜ ਰੱਖਦੇ ਨੇ, ਕਈ ਵਾਰੀ ਗੁਰਮੁਖਾਂ ਪਾਸੋਂ ਸੁਭਾਵਕ ਹੀ ਕੋਈ ਗੱਲ ਹੋ ਜੇ ਉਹਦੇ ਪਰਦਾ ਪਾਉਂਦੇ ਨੇ, ਭਈ ਗੁਰਮੁਖ ਨੇ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ। ਕਈ ਜਿਹੜੇ ਅੰਦਰ ਬਹਿ ਕੇ ਪਖੰਡ ਕਰਦੇ ਨੇ ਤਪੇ ਵਰਗੇ,
ਉਹਨਾਂ ਦੇ ਫਿਰ ਪਾਜ ਉਘੇੜ ਦਿੰਦੇ ਨੇ। ਪੌੜੀ ਮਹੱਲਾ ਪੰਜਵਾ। ਇੱਥੇ ਮਹਾਰਾਜ ਨੇ ਇਹ ਸਪਸ਼ਟ ਕਰ ਦਿੱਤਾ ਕਿ ਪੌੜੀ ਹੈ ਜਿਹੜੀ ਇਹ ਚੌਥੇ ਪਾਤਸ਼ਾਹ ਦੀ ਨਹੀਂ ਹੈ, ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਪਿੱਛੇ ਵੀ ਆਪਾਂ ਪੌੜੀ ਪੰਜਵਾਂ ਤਾਈਓ ਕਹਿ ਕੇ ਆਏ, ਪੌੜੀ ਪੰਜਵੀਂ ਨਹੀਂ ਕਹਿਣਾ, ਕਿਉਂਕਿ ਇਹ ਇੱਥੇ ਸਪਸ਼ਟ ਹੋ ਗਿਆ ਪੌੜੀ ਮਹੱਲਾ ਪੰਜਵਾਂ। ਭਗਤ ਜਨਾ ਕਾ ਰਾਖਾ ਹਰਿ ਆਪ ਹੈ, ਕਿਆ ਪਾਪੀ ਕਰੀਐ। ਮਹਾਰਾਜ ਕਹਿੰਦੇ ਜਦ ਕਿ ਭਗਤ ਜਿਨ੍ਹਾਂ ਦਾ ਰਾਖਾ ਵਾਹਿਗੁਰੂ ਆਪ ਹੈ, ਤਾਂ ਭਗਤ ਜਿਨ੍ਹਾਂ ਦਾ ਪਾਪੀ ਬੰਦਾ ਕੀ ਵਿਗਾੜ ਕਰ ਸਕਦਾ ਹੈ। ਗੁਮਾਨ ਕਰ ਹੈ ਮੂੜ ਗੁਮਾਨੀਆਂ, ਵਿਸ ਖਾਧੀ ਮਰੀਐ। ਇਹ ਮੂਰਖ ਹੰਕਾਰੀ ਜਿਹੜੇ ਪੁਰਸ਼ ਨੇ ਨਾ, ਗੁਮਾਨ ਕਰਦੇ, ਹੰਕਾਰ ਕਰਦੇ ਤੇ ਵਿਸ਼ਿਆਂ ਰੂਪੀ ਵਿਉ ਖਾ ਕੇ ਮਰਦੇ ਨੇ। ਆਏ ਲਗੇਨੀ ਦੇ ਥੋੜੜੇ, ਜਿਉ ਪੱਕਾ ਖੇਤ ਲੁਣੀਐ। ਕਹਿੰਦੇ ਭਾਈ ਤੇਰੀ ਉਮਰਾਂ ਦੇ ਹੁਣ ਥੋੜੇ ਹੀ ਦਿਨ ਆ ਲਗੇਨੀ ਲੱਗੇ ਨੇ, ਬਸ ਨੇੜੇ ਹੀ ਲੱਗ ਗਿਆ ਕੰਮ ਹੁਣ। ਕਹਿੰਦੇ ਭਾਵ ਤੇਰੇ ਜਾਣੇ ਨੂੰ ਥੋੜੇ ਦਿਨ ਹੀ ਰਹਿ ਗਏ ਨੇ। ਜਿਸ ਤਰ੍ਹਾਂ ਖੇਤ ਪੱਕ ਜਾਵੇ ਤਾਂ ਜ਼ਿਮੀਂਦਾਰ ਆ ਕੇ ਕਣਕ ਬੱਲੀ ਤੋੜ ਕੇ ਉਹਦੇ 'ਚੋਂ ਦਾਣਾ ਕੱਢ ਕੇ ਮੂੰਹ 'ਚ ਪਾ ਕੇ ਕੁੜਕ ਕੁੜਕ ਕਰਦੀ ਜਦ ਕਹਿੰਦੇ ਬਸ ਠੀਕ ਆ ਹੁਣ ਕੱਟ ਲੈਨੇ ਆ, ਪੱਕ ਗਈ। ਉਹ ਲੁਣੀਆਂ ਤੋਂ ਭਾਵ ਕੱਟ ਲਈਦਾ। ਇਸੇ ਤਰ੍ਹਾਂ ਹੀ ਤੇਰੀ ਬਿਰਧ ਅਵਸਥਾ ਹੋ ਗਈ ਹੈ, ਧੌਲੇ ਪੱਕ ਗਏ ਨੇ, ਸਿਰ ਦੇ ਕੇਸ ਪੱਕ ਗਏ ਨੇ। ਕਹਿੰਦੇ ਬਸ ਹੁਣ ਤੇਰਾ ਕੰਮ ਤਿਆਰ ਹੀ ਹੈ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਜਿਹੇ ਕਰਮ ਕਮਾਵੰਦੇ ਤੇ ਵੇਹੋ ਪਣੀਐ। ਇਹ ਜੀਵ ਜਿਹੋ ਜਿਹੇ ਕਰਮ ਕਮਾਉਂਦੇ ਨੇ ਤੇਹੋ ਜਿਹੇ ਕਥਨ ਕੀਤੇ ਜਾਂਦੇ ਨੇ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾਂ ਦਾ ਧਣੀਐ। ਮਹਾਰਾਜ ਜੀ ਕਥਨ ਕਰਦੇ ਨੇ ਕਿ ਭਗਤ ਜਨਾਂ ਦਾ ਸੁਆਮੀ ਸਭ ਤੋਂ ਵੱਡਾ ਤੇ ਸਾਰਿਆਂ ਦਾ ਧਣੀਆਂ ਤੋਂ ਭਾਵ ਮਾਲਕ ਹੈ। ਸ਼ਲੋਕ ਮਹੱਲਾ ਚੌਥਾ। ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਕਹਿੰਦੇ ਮਨਮੁਖ ਬੰਦਾ ਮੂਲ ਤੋਂ ਭਾਵ ਹੁੰਦਾ ਮੂਲ ਰੂਪ ਜੋ ਪ੍ਰਮਾਤਮਾ, ਮੂਲ ਮੰਤਰ ਹੈ ਜਿਹੜਾ ਗੁਰਮੰਤਰ ਹੈ, ਜੋ ਮੂਲ ਸਾਡੇ ਜਪਜੀ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੂਲ ਰੂਪ ਜਿਹੜਾ ਆਪਣਾ ਸਿੱਖੀ ਹੈ, ਇਹਨੂੰ ਭੁੱਲ ਹੀ ਗਿਆ। ਤਾਂ ਮੂਲ ਰੂਪ ਪ੍ਰਮਾਤਮਾ ਤੋਂ ਭੁੱਲਿਆ ਹੋਇਆ ਪਦਾਰਥਾਂ ਦੇ ਇਕੱਠੇ ਕਰਨ ਦੇ ਲੱਭ ਵਿੱਚ, ਖਾਣ ਵਿੱਚ, ਤੇ ਪਦਾਰਥਾਂ ਦੇ ਖਾਣ ਵਿੱਚ ਤੇ ਲੋਭ ਹੁੰਦਾ ਜਿਹੜਾ ਜੋੜਨ ਦਾ, ਉਹਦੇ ਵਿੱਚ ਲੱਗ ਗਿਆ, ਹੰਕਾਰ ਵਿੱਚ ਲੱਗ ਰਿਹਾ ਹਮੇਸ਼ਾ। ਲੱਭ ਖਾਣ ਦਾ, ਲੋਭ ਜੋੜਨ ਦਾ, ਤੇ ਜਦੋਂ ਬਾਹਲਾ ਜੁੜ ਜਾਂਦਾ ਫਿਰ ਹੰਕਾਰ ਹੋ ਗਿਆ। ਤੇ ਇਸੇ ਪਿੱਛੇ ਉਹ ਹੰਕਾਰ ਲੋਭ ਲੱਭ ਪਿੱਛੇ ਹੀ ਝਗੜਾ ਕਰਦਿਆਂ ਆਂਦੇ ਨੇ ਗੁਦਰਾ, ਸ਼ਬਦ ਨਾ ਕਰਹਿ ਵਿਚਾਰ। ਹੁਣ ਝਗੜਾ ਕਰਦਿਆਂ ਰਾਤ ਦਿਨ ਹੀ ਉਹਦੀ ਬਤੀਤ ਹੋ ਜਾਂਦੀ, ਉੱਥੇ ਝਗੜਾ, ਉੱਥੇ ਝਗੜਾ, ਉੱਥੇ ਝਗੜਾ, ਇੱਥੇ ਮੁਕੱਦਮਾ, ਉੱਥੇ ਮੁਕੱਦਮਾ। ਗੁਰ ਉਪਦੇਸ਼ ਦੀ ਤਾਂ ਵਿਚਾਰ ਹੀ ਨਹੀਂ ਕਰਦਾ, ਕਦੇ ਗੁਰਦੁਆਰੇ ਬਹਿੰਦਾ ਹੀ ਨਹੀਂ, ਆ ਕੇ ਸੰਗਤ ਵਿੱਚ ਨਹੀਂ ਬੈਠਦਾ। ਜੇ ਕਹੀਏ ਆ ਚੱਲੀਏ ਸੰਗਤ ਕਰੀਏ, ਕੋਈ ਕਥਾ ਕੀਰਤਨ ਮਹਾਂਪੁਰਸ਼ ਆਏ ਨੇ ਜਾਂ ਕੋਈ ਆਏ ਨੇ ਰੱਬ ਦੇ ਪਿਆਰੇ, ਸਤਸੰਗਤ ਕਰੀਏ, ਤਾਂ ਅੱਗਿਓਂ ਕਹਿੰਦਾ ਕਿ ਟੇਢੀ ਭਾਗ ਟੇਢੇ ਚਲੇ ਲਾਗੇ, ਵੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੂ ਹੈ, ਮੇਰੋ ਕਾਮ ਦੀ ਬਾਨ। ਮੇਰਾ ਤਾਂ ਕੰਮ ਕਚਹਿਰੀਆਂ 'ਚ, ਮੈਂ ਤਾਂ ਗਵਾਹੀ ਦੇਣ ਚੱਲਿਆ ਉੱਥੇ, ਕੋਈ ਕਹਿੰਦਾ ਮੈਂ ਉੱਥੇ ਆਹ ਕੰਮ ਕਰਨ ਚੱਲਿਆ। ਜਦੋਂ ਸੰਗਤ ਦੀ ਗੱਲ ਕਰੀਏ ਤਾਂ ਭੱਜ ਹੀ ਜਾਂਦਾ, ਅਤੇ ਸ਼ਬਦ ਦੀ ਕਦੇ ਵੀ ਵਿਚਾਰ ਨਹੀਂ ਕਰਦਾ। ਸ਼ਬਦ ਹੁੰਦਾ ਉਪਦੇਸ਼ ਜਿਹੜਾ ਦਿੱਤਾ, ਸੁਧ ਮਤ ਕਰਤੈ ਸਭ ਹਿਰ ਲਈ, ਬੋਲਣ ਸਭ ਵਿਕਾਰੋ। ਕਰਤੇ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਸ਼ੁਭ ਮਤ ਸਾਰੀ ਅਸਲ 'ਚ ਖੋਹ ਹੀ ਲਈ ਹੈ। ਉਹਨਾਂ ਕੋਲ ਸਮੱਤ ਹੈ ਹੀ ਨਹੀਂ। ਜੋ ਵੀ ਬਚਨ ਬੋਲਦੇ ਸਭ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਬੋਲਦੇ, ਪੁੱਠੇ ਸਿੱਧੇ, ਲੜਾਈ ਝਗੜੇ, ਮਾੜਾ ਨਿੰਦਾ ਚੁਗਲੀ, ਵਿਕਾਰਾਂ ਵਾਲੀਆਂ ਗੱਲਾਂ। ਦਿੱਤੈ ਕਿਤੈ ਨਾ ਸੰਤੋਖੀ ਹੈ, ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ। ਹੁਣ ਕਿਤੈ ਨਾ ਭਾਵ ਹੁੰਦਾ ਕਿਤਨੇ ਹੀ ਪਦਾਰਥ ਵਾਹਿਗੁਰੂ ਦੇ ਦਿੱਤੇ ਹੋਏ ਨੇ, ਪਰ ਇਹ ਲੈ ਕੇ ਸੰਤੋਖ ਨਹੀਂ ਕਰਦਾ, ਕਿਉਂਕਿ ਇਸ ਅਗਿਆਨੀ ਅੰਧੇ ਦੇ ਅੰਦਰ ਬਹੁਤੇ ਅਗਿਆਨ ਰੂਪ ਹਨੇਰੇ ਕਰਕੇ ਬਹੁਤੀ ਤ੍ਰਿਸ਼ਨਾ। ਅੰਧਿਆਰ ਦੇ ਧੱਦੇ ਦੇ ਪੈਰ ਵਿੱਚ ਇੱਥੇ ਅੱਧਾ ਯਈਆ ਹੈ, ਇਸ ਕਰਕੇ ਅੰਧਿਆਰ ਪਾਠ ਕੀਤਾ ਆਪਾਂ ਨੇ। ਸੋ ਜਿਵੇਂ ਉਹਦਾ ਸਿਰ ਮਸਤਕ ਰੱਖਿਆ, ਖੱਖੇ ਦੇ ਥੱਲੇ ਅੱਧਾ ਯਈਆ ਰੱਖਿਆ, ਰੱਖਾ ਨਹੀਂ ਕਹਿਣਾ ਉੱਥੇ। ਸਿਰ ਮਸਤਕ ਰੱਖਿਆ, ਪਾਰ ਬ੍ਰਹਮੰ ਹਸਤ ਕਾਇਆ ਰੱਖਿਆ, ਪਰਮੇਸ਼ਵਰ ਹੈ ਆਤਮ ਰੱਖਿਆ, ਗੋਪਾਲ ਸੁਆਮੀ ਧਨ ਚਰਨ ਰੱਖਿਆ, ਜਗਦੀਸ਼ਵਰ ਹੈ ਸਰਬ ਰੱਖਿਆ, ਗੁਰਦਇਆਲ ਹੈ ਭੈ ਦੁਖ ਬਿਨਾਸਨ ਹੈ, ਭਗਤ ਵਛਲਾ ਨਾਥ ਨਾਥੇ, ਸਰਣ ਨਾਨਕ ਪੁਰਖ ਅਛੁੱਤਾ ਹੈ, ਘੋਰ ਦੁਖਿਅੰ। ਉੱਥੇ ਵੀ ਅੱਧੇ ਯਈਏ ਆਉਂਦੇ ਸਾਰੇ। ਅਨਕ ਹਤਿਅੰ ਜਨਮ ਦਾਰਿਦ੍ਰਿਅੰ ਮਹਾਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸਟ ਭਸਮੰ ਕ੍ਰੋਧ। ਸੰਥਿਆ ਕਰਨੀ ਅਤੀ ਜ਼ਰੂਰੀ ਹੈ, ਇਸ ਕਰਕੇ ਸਿਆਣਿਆਂ ਗੁਰਮੁਖਾਂ ਤੋਂ ਸੰਥਿਆ ਜ਼ਰੂਰ ਕਰੋ।
ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਟਕਸਾਲ ਵਿੱਚ ਇਸ ਤਰੀਕੇ ਨਾਲ ਨਾਨਕ ਮਨਮੁਖ ਜਿਹੜੇ ਅੱਖਰ ਹੈ ਅੱਡ ਅੱਡ ਕਰਨੇ ਲਈ ਆਪਾਂ ਵਿਸ਼ਰਾਮ ਸੰਥਿਆ ਵਿੱਚ ਫਿਰ ਇਸ ਤਰ੍ਹਾਂ ਇਹਦਾ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ। ਪਰ ਜਦੋਂ ਇਹਨੂੰ ਰਹਾ ਵਿੱਚ ਪਾਠ ਵਿੱਚ ਲਿਆਉਣਾ ਤਾਂ ਉੱਥੇ ਫਿਰ ਲਟਕਾ ਦੇਣੀ ਆਵਾਜ਼, ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਇਹ ਜਿਹੜੀ ਵਿੱਚ ਆਵਾਜ਼ ਲਮਕਾਉਣੀ ਇਹ ਵਿਸ਼ਰਾਮ ਹੁੰਦਾ। ਜਿਵੇਂ ਮਹਾਂਪੁਰਖਾਂ ਨਾਲ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਰਾਗੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਾਠ ਕਰਿਆ ਕਰਦੇ ਸੀ, ਭਾਈ ਰਾਮ ਸਿੰਘ ਜੀ ਸੁਲਤਾਨਪੁਰੀ ਜਥੇਦਾਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਨਾਲ ਪਾਠ ਕਰਿਆ ਕਰਦੇ, ਭਾਈ ਜਰਨੈਲ ਸਿੰਘ ਜੀ ਮਹਾਂਪੁਰਖਾਂ ਨਾਲ ਪਾਠ ਕਰਿਆ ਕਰਦੇ ਸੀ। ਤਾਂ ਉਹ ਇਸ ਤਰ੍ਹਾਂ ਵਿੱਚੋਂ ਇਹ ਸਾਰਿਆਂ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਵੀ ਉਹ ਜਿੱਥੇ ਵਿਸ਼ਰਾਮ ਹੋਣਾ ਉੱਥੋਂ ਥੋੜ੍ਹਾ ਲਟਕਾ ਕੇ ਚੱਲਣਾ। ਸੋ ਇਸ ਤਰ੍ਹਾਂ ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸੋਚੈ, ਇੱਥੇ ਵਿਸ਼ਰਾਮ ਛੋਟਾ, ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਉਹ ਜਿੰਨਾ ਵਿੱਚ ਗੈਪ ਹੁੰਦਾ ਉਹਦਾ ਮਤਲਬ ਇੱਥੇ ਵਿਸ਼ਰਾਮ ਹੈ, ਛੋਟੇ ਜਮਕੀ ਠਮਕੀ ਇਸ ਪ੍ਰਕਾਰ। ਸੋ ਜਿਨ੍ਹਾਂ ਦਾ ਕਹਿੰਦੇ ਮਾਇਆ ਨਾਲ ਹੀ ਪਿਆਰ ਹੈ ਮਨਮੁਖਾਂ ਦਾ, ਮਹਾਰਾਜ ਕਥਨ ਕਰਦੇ ਉਹਨਾਂ ਮਨਮੁਖਾਂ ਨਾਲੋਂ ਪ੍ਰੀਤੀ ਟੁੱਟੀ ਹੋਈ ਚੰਗੀ ਹੈ। ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ। ਕੀ ਲੋੜ ਹੈ? ਸੰਤਨ ਕਾ ਦਾਣਾ ਰੂਖਾ, ਉਹੀ ਠੀਕ ਹੈ ਸਾਨੂੰ, ਉਹ ਅੰਮ੍ਰਿਤ ਵਰਗਾ ਹੀ ਠੀਕ ਹੈ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਭਾਉ ਹੈ, ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ। ਇੱਥੇ ਤਿੰਨਾਂ ਦੇ ਨੰਨੇ ਨੂੰ ਥੱਲੇ ਨਾ ਇੱਕ ਇਸ਼ਾਰਾ ਕੀਤਾ, ਹਲੰਤ ਕਹਿੰਦੇ ਇਹਨੂੰ, ਥੋੜਾ ਜਿਹਾ ਭਾਰਾ ਕਰਕੇ ਬੋਲਣਾ, ਤਿੰਨਾਂ ਨਹੀਂ ਤਾਂ ਹੁੰਦਾ ਤਿੰਨਾਂ। ਜਿੱਥੇ ਇੱਕ ਵਾਰੀ ਇਸ਼ਾਰਾ ਆ ਗਿਆ ਉਹ ਸਾਰਿਆਂ ਥਾਵਾਂ ਤੇ ਜਿੱਥੇ ਵੀ ਤਿੰਨਾਂ ਲਿਖਿਆ ਹੋਇਆ, ਤਿੰਨਾਂ, ਜਿਨ੍ਹਾਂ, ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਦਵੈਸ਼ ਭਾਅ ਹੈ ਉਹਨਾਂ ਦੀ ਮੁਖੀ ਗੁਰਾਂ ਨਾਲ ਪ੍ਰੀਤੀ ਹੁੰਦੀ ਹੀ ਨਹੀਂ। ਓਹ ਆਵੈ ਜਾਏ ਭਵਾਈਐ, ਸੁਪਨੈ ਸੁਖ ਨਾ ਕੋਏ। ਇੱਥੇ ਊੜੇ ਦਾ ਮੂੰਹ ਖੁੱਲਾ, ਹਾਹੇ ਨੂੰ ਔਂਕੜ ਕਰਕੇ ਓਹ ਦੇ ਸਾਬੂਣ ਲਈਐ ਓਹ ਧੋਏ। ਉਹ ਜਿਹੜੇ ਆਉਣੇ ਜਾਣੇ ਵਿੱਚ ਫੇਰੇ 'ਚ ਹੀ ਜਾਂਦੇ ਨੇ, ਘੁਮਾਏ ਜਾਂਦੇ ਨੇ, ਉਹਨਾਂ ਨੂੰ ਸੰਸਾਰ ਸੁਪਨੇ ਵਿੱਚ, ਸੁਪਨੇ ਮਾਤਰ ਵੀ ਕਦਾਚਿਤ ਕੋਈ ਸੁੱਖ ਹੁੰਦਾ ਹੀ ਨਹੀਂ, ਕਿਉਂਕਿ ਉਹ ਆਉਣੇ ਜਾਣੇ 'ਚ ਹੀ ਫੇਰੀ ਜਾਂਦੇ ਨੇ। ਉਹਨਾਂ ਨੂੰ ਕਦੇ ਆ ਗਿਆ, ਕਦੇ ਚਲਿਆ ਗਿਆ, ਜੰਮ ਕੇ ਆ ਗਿਆ, ਮਰ ਕੇ ਚਲਿਆ ਗਿਆ। ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਹੁਣ ਜਿਹੜੇ ਬੰਦੇ ਦੇਖੋ ਝੂਠੇ ਦੀ ਗੱਲ ਕਰਦੇ, ਝੂਠ ਨੂੰ ਕਮਾਉਂਦਾ, ਝੂਠ ਨੂੰ ਉਚਾਰਦਾ, ਝੂਠ ਵਿੱਚ ਹੀ ਲੱਗਿਆ ਹੋਣ ਕਰਕੇ ਝੂਠਾ ਹੀ ਫਲ ਪ੍ਰਾਪਤ ਹੁੰਦਾ ਉਹਨਾਂ ਨੂੰ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸੈ ਦੁੱਖ ਰੋਏ। ਮਾਇਆ ਦਾ ਮੋਹ ਹੀ ਸਭ ਦੁੱਖਾਂ ਦਾ ਕਾਰਨ ਹੈ, ਇਸ ਕਰਕੇ ਦੁੱਖਾਂ ਵਿੱਚ ਬਿਨਸਦਾ ਤੇ ਦੁੱਖ ਵਿੱਚ ਹੀ ਰੋਂਦਾ। ਨਾਨਕ ਧਾਤ ਲਿਵੈ ਜੋੜ ਨ ਆਵਈ, ਜੇ ਲੋਚੈ ਸਭ ਕੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਥਨ ਕਰਦੇ ਨੇ, ਬੜੇ ਧਿਆਨ ਦੇਣ ਵਾਲਾ ਚੌਥੇ ਪਾਤਸ਼ਾਹ ਕਹਿੰਦੇ ਇੱਕ ਧਾਤ ਹੁੰਦੀ ਮਾਇਆ, ਮਾਇਆ ਧਾਰੀ, ਤੇ ਨਾਨਕ ਧਾਤ ਲਿਵੈ ਜੋੜ ਨਾ ਆਵਈ। ਤੇ ਲਿਵੈ ਹੁੰਦਾ ਤੇ ਪ੍ਰਮਾਤਮਾ ਵਿੱਚ ਜੋ ਲਿਵ ਲਗਾਉਣ ਵਾਲੇ ਬੰਦੇ ਨੇ, ਇਹਨਾਂ ਦੋਹਾਂ ਦਾ ਆਪਸ ਵਿੱਚ ਜੋੜ ਮੇਲ ਨਹੀਂ ਬਣ ਸਕਦਾ। ਜੇਕਰ ਸਭ ਕੋਈ ਵੀ ਚਾਹਣਾ ਕਰਨ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਧਾਤ ਹੁੰਦਾ ਧਾਉਣ ਵਾਲਾ, ਭੱਜੇ ਜਾਣ ਵਾਲਾ, ਇੱਧਰ ਉੱਧਰ ਸਾਰਾ ਦਿਨ ਮਾਇਆ ਪਿੱਛੇ ਭੱਜਿਆ ਫਿਰਦਾ। ਇੱਕ ਹੁੰਦਾ ਲਿਵ ਜੋੜ ਕੇ ਟਿਕਾਓ ਨਾਲ ਬੈਠਾ ਰਹਿੰਦਾ, ਉਹਨਾਂ ਦਾ ਆਪਸੀ ਜੋੜ ਮੇਲ ਬਣਦਾ ਨਹੀਂ ਹੈ। ਜਿਨ ਕਾ ਪੋਤੈ ਪੁੰਨ ਪਿਆ, ਤਿਨਾ ਗੁਰ ਸ਼ਬਦੀ ਸੁਖ ਹੋਏ। ਜਿਨ੍ਹਾਂ ਦੇ ਅੰਤਹਿਕਰਨ ਰੂਪੀ ਪੋਤਾ ਹੁੰਦਾ, ਖਜ਼ਾਨੇ ਵਿੱਚ ਪੁੰਨ ਪਿਆ ਹੋਇਆ ਨਾ, ਉਹਨਾਂ ਨੇ ਪੁੰਨ ਕੀਤੇ। ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪਾਏਂਗੇ। ਹੁਣ ਪੁੰਨਾਂ ਦੇ ਪ੍ਰਤਾਪ ਕਰਕੇ ਦੁਨੀਆ ਦੇ ਅੰਦਰ ਜੈ ਜੈਕਾਰ ਦੀ ਧੁਨੀ ਵੱਧਦੀ ਹੈ। ਦਾਨ ਕਰਨਾ, ਪੁੰਨ ਕਰਨਾ, ਸੇਵਾ ਕਰਨੀ, ਬੰਦਗੀ ਕਰਨੀ, ਉਹਨਾਂ ਗੁਰ ਸ਼ਬਦੀਆਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ। ਪੌੜੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਦੀ ਪੌੜੀ ਹੈ ਇਹ। ਨਾਨਕ ਵਿਚਾਰਹਿ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਵਿਚਾਰਹਿ ਸੰਤ ਮੁਨ ਜਨਾ, ਚਾਰ ਵੇਦ ਕਹੰਦੇ। ਸਤਿਗੁਰੂ ਕਥਨ ਕਰਦੇ ਨੇ, ਬੜੇ ਬੜੇ ਸੰਤ ਤੇ ਮੁਨੀ ਜਨ ਵਿਚਾਰਦੇ ਨੇ, ਚਾਰ ਵੇਦ ਵੀ ਇਹੋ ਬਚਨ ਕਹਿੰਦੇ ਨੇ ਕਿ ਭਗਤ ਜਨ ਜੋ ਆਪਣੇ ਮੂੰਹ ਚੋਂ ਬੋਲਦੇ ਨੇ ਉਹ ਬਚਨ ਪੂਰੇ ਹੋ ਜਾਂਦੇ ਨੇ। ਪ੍ਰਗਟ ਪਹਾਰੈ ਜਾਪਦੇ, ਸਭ ਲੋਕ ਸੁਣੰਦੇ।
ਉਹ ਬਚਨ ਸੰਸਾਰ ਪਹਾੜੈ ਤੋਂ ਭਾਵ ਪਸਾਰੇ ਵਿੱਚ ਪ੍ਰਗਟ ਜਾਪਦੇ ਜਾਣੇ ਜਾਂਦੇ ਨੇ। ਜਿਹੜਾ ਬਚਨ ਮਹਾਂਪੁਰਖਾਂ ਨੇ ਕਰਤਾ ਭਾਈ ਉਹ ਟਲਦਾ ਨਹੀਂ। ਇੱਕ ਸਾਧ ਬਚਨ ਅਟਲਾਦਾ, ਸਭ ਕੁਝ ਟਲ ਜਾਏਗਾ, ਸੜ ਜਾਏਗਾ, ਗਲ ਜਾਏਗਾ, ਚਲਿਆ ਜਾਏਗਾ। ਮਹਾਂਪੁਰਖਾਂ ਦਾ ਬਚਨ ਕਦੇ ਨਹੀਂ ਖਾਲੀ ਜਾਂਦਾ। ਹੁਣ ਪੂਰਨ ਪੁਰਖ ਉਹਨਾਂ ਦੇ ਕਹੇ ਹੋਏ ਬਚਨ ਜਿਹੜੇ ਨੇ, ਗੁਰੂ ਸਾਹਿਬਾਂ ਦੇ ਬਚਨ, ਮਹਾਂਪੁਰਖਾਂ ਦੇ ਬਚਨ, ਉਹਨਾਂ ਬਚਨਾਂ ਨੂੰ ਸਾਰੇ ਲੋਕ ਸੁਣਦੇ ਦੇਖਦੇ ਵੀ ਨੇ ਕਿ ਆਹ ਬਚਨ ਮਹਾਂਪੁਰਖਾਂ ਨੇ ਕੀਤਾ ਸੀ, ਦੇਖ ਲਓ ਇਹ ਉਸੇ ਤਰ੍ਹਾਂ ਹੀ ਹੋਇਆ। ਸੋ ਗੁਰੂ ਨਾਨਕ ਸਾਹਿਬ ਦਾ ਬਚਨ ਯਾਦ ਆ ਗਿਆ। ਜਦੋਂ ਇੱਕ ਵਾਰੀ ਦਾਸ ਇਸ ਪਾਸੇ ਗਿਆ ਸੀ, ਕਟਕ ਵਾਲੇ ਪਾਸੇ, ਉੱਥੇ ਕਟਕ ਸ਼ਹਿਰ ਦੇ ਬਾਹਰ ਦਰਿਆ ਦਾ ਪੁਲ ਪਾਰ ਕਰਦੀ ਸੱਜੇ ਹੱਥ ਪੌੜੀਆਂ ਉਤਰ ਕੇ ਪੁਲ ਤੋਂ ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਦੇ ਦਰਸ਼ਨ ਕੀਤੇ ਸੀ। ਤੋ ਦਰਿਆ ਬਿਲਕੁਲ ਗੁਰੂ ਘਰ ਦੀ ਕੰਧ ਦੇ ਨਾਲੋਂ ਹੋ ਕੇ ਪਾਣੀ ਭਰਿਆ ਹੋਇਆ। ਮੈਂ ਕਿਹਾ ਇਹ ਕਿਨਾਰੇ ਤੇ ਗੁਰੂ ਘਰ ਬਣਿਆ, ਇਤਿਹਾਸ ਕੀ ਹੈ? ਕਹਿੰਦੇ ਗੁਰੂ ਨਾਨਕ ਦੇਵ ਜੀ ਜਦ ਇੱਥੇ ਆਏ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਦਾਤਣ ਕੀਤੀ ਸੀ। ਉਸ ਵਕਤ ਦਾਤਣ ਕਰਦਿਆਂ ਕਰਦਿਆਂ ਸੰਗਤ ਆ ਗਈ, ਮਹਾਰਾਜ ਇਹ ਦਰਿਆ ਹਰ ਸਾਲ ਸਾਨੂੰ ਰੋੜ ਦਿੰਦਾ, ਕਿਰਪਾ ਕਰੋ ਤੁਸੀਂ ਦਰਿਆ ਨੂੰ ਰੋਕੋ। ਗੁਰੂ ਨਾਨਕ ਸਾਹਿਬ ਨੇ ਉਹ ਦਾਤਣ ਕਰਕੇ ਉੱਥੇ ਹੀ ਗੜ ਦਿੱਤੀ। ਕਹਿੰਦੇ ਲੈ ਵੀ ਅੱਜ ਤੋਂ ਇਸ ਤੋਂ ਅੱਗੇ ਨਹੀਂ ਆਉਣਾ ਤੂੰ, ਉਹ ਪਰੇ ਨੂੰ ਭਾਵੇਂ ਚਲਿਆ ਜਾ, ਇੱਧਰ ਨਾ ਆਈ। ਲਓ ਜੀ, ਵਾਹਿਗੁਰੂ ਦੀ ਇਹੀ ਜੀ ਕਹਿੰਦੇ ਕਿਰਪਾ ਹੋਈ। ਉਹ ਹੁਣ ਨਿੰਮ ਦਾ ਦਰਖਤ ਵੱਡਾ ਸਾਰਾ ਬਣਿਆ ਹੋਇਆ। ਉੱਥੇ ਗੁਰੂ ਨਾਨਕ ਸਾਹਿਬ ਨੇ ਦੇਖ ਲਓ ਉਹ ਦਾਤਣ ਗੜਤੀ ਤੇ ਮੁੜ ਕੇ ਸ਼ਹਿਰ 'ਚ ਪਾਣੀ ਨਹੀਂ ਵੜਿਆ। ਦੇਖਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਸ਼ ਕਿੰਨੇ ਮਹਾਂਪੁਰਖਾਂ ਦੇ ਬਚਨ ਨੇ ਐਸੇ। ਇੱਕ ਵਾਰੀ ਜਿੱਥੇ ਬਚਨ ਕਰ ਦਿੱਤਾ, ਉਹੀ ਬਚਨ ਸੰਸਾਰ ਦੇਖਦਾ ਵੀ ਇਹ ਮਹਾਂਪੁਰਖਾਂ ਦਾ ਕੀਤਾ ਹੋਇਆ ਬਚਨ ਸਫਲਾ ਹੋਇਆ। ਸੋ ਜੋ ਬਚਨ ਕਹੇ ਨੇ ਮਹਾਂਪੁਰਖ ਕਿਸੇ ਨੇ, ਬ੍ਰਹਮ ਗਿਆਨੀ ਨੇ, ਉਹ ਐਵੇਂ ਨਹੀਂ ਜਾਣੇ, ਭਾਵੇਂ ਉਹ ਸਮਾਂ ਲੱਗ ਜਾਂਦਾ ਕਈ ਵਾਰੀ, ਪਰ ਉਹ ਪਰਮੇਸ਼ਰ ਨੇ ਪੂਰੇ ਕਰਨੇ ਨੇ ਸਾਰੇ। ਤੋ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ। ਕਹਿੰਦੇ ਜਿਹੜੇ ਮੂਰਖ ਬੰਦੇ ਨੇ, ਜਿਹੜੇ ਕਿ ਉਹ ਕਦੇ ਸੁੱਖ ਨਹੀਂ ਪ੍ਰਾਪਤ ਕਰਦੇ। ਇਹੋ ਜਿਹੇ ਮੂਰਖ ਆਦਮੀ, ਕਿਉਂਕਿ ਮੂਰਖ ਤਾਂ ਕਿਹਾ ਹਰ ਵੇਲੇ ਸੰਤਾਂ ਨਾਲ ਹੀ ਖਹਿੰਦੇ ਰਹਿੰਦੇ ਨੇ। ਮੈਂ ਤਾਂ ਬੜੇ ਦੇਖੇ, ਕਿਉਂ ਸੰਗਤ ਬਹੁਤ ਕੀਤੀ ਸਾਰਿਆਂ ਸੰਤਾਂ ਦੀ, ਸਾਰਿਆਂ ਨਾਲ ਹੀ ਖਹਿੰਦੇ ਨੇ। ਅੱਜ ਤੱਕ ਜਿੰਨੇ ਮਹਾਂਪੁਰਖ ਹੋਏ ਨੇ ਉਹਨਾਂ ਦੇ ਜੀਵਨ ਵਿੱਚ ਕਈ ਦੁੱਖ ਹੀ ਆਉਂਦੇ ਨੇ, ਫਿਰ ਬੁਰੇ ਹਾਲ ਹੀ ਮਰਦੇ ਨੇ, ਬੁਰਾ ਹਾਲ ਹੁੰਦਾ। ਪ੍ਰਤੱਖ ਮੇਰੇ ਦੇਖਦਿਆਂ ਬਹੁਤ ਕੁਝ ਹੋਇਆ ਵਿਆ। ਸੋ ਇਸ ਕਰਕੇ ਜਿਨ੍ਹਾਂ ਨੇ ਵੀ ਸੰਤਾਂ ਦੀ ਮਾੜੀ ਜਿਹੀ ਨਿੰਦਿਆ ਕੀਤੀ ਜਾਂ ਕੋਈ ਮਾੜਾ ਮੋਟਾ ਕੀਤਾ, ਬਸ ਮੂੰਹ 'ਚ ਬਚਨ ਹੋਣ ਦੀ ਦੇਰ ਆ, ਫਿਰ ਰਹਿੰਦਾ ਕੱਖ ਨਹੀਂ ਉੱਥੇ। ਇਸ ਕਰਕੇ ਲੋਕ ਤਾਂ ਸਮਝਦੇ ਸੰਤ ਸਾਡੇ ਵਰਗਾ ਹੀ ਆ, ਦੋ ਹੱਥ ਦੋ ਪੈਰ, ਉਹ ਬੰਦੇ ਵਰਗਾ ਹੀ ਆ, ਪਰ ਉਹਦੀ ਕਮਾਈ ਨੂੰ ਨਹੀਂ ਸਮਝ ਸਕਦੇ। ਇਸ ਕਰਕੇ ਮੇਰੇ ਤਾਂ ਇਹ ਕੌਤਕ ਅੱਖੀਂ ਦੇਖੇ ਹੋਏ ਸਾਰੇ, ਔਰ ਮੇਰੇ ਦੇਖਦਿਆਂ ਕਿਤਨੇ ਸਾਰੇ ਬਚਨ ਹੋਏ ਸਾਰੇ ਉਹ ਲੋਕ ਚੜ੍ਹਾਈਆਂ ਹੀ ਕਰ ਗਏ ਨੇ। ਹੋਏ ਲੋਚਨ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਸੜੰਦੇ। ਕਹਿੰਦੇ ਹੁਣ ਉਹ ਸੰਤ ਤਾਂ ਉਹਨਾਂ ਮੂਰਖਾਂ ਨੂੰ ਗੁਣ ਦੇਣਾ ਚਾਹੁੰਦੇ ਨੇ, ਪਰ ਉਹ ਮੂਰਖ ਹੰਕਾਰ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਨੇ। ਉਹ ਤਾਂ ਕਹਿੰਦੇ ਆ ਜਾ ਭਾਈ, ਤੂੰ ਵੀ ਸੰਥਿਆ ਕਰ ਲੈ ਭਾਈ, ਤੂੰ ਵੀ ਬਾਣੀ ਪੜ੍ਹ ਲੈ, ਅੰਮ੍ਰਿਤ ਛਕ ਲੈ। ਉਹ ਅੱਗੇ ਹੋਰ ਹੀ ਕੁਛ ਬੋਲਦੇ ਰਹਿੰਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 317 ਅੰਗ ਤੇ ਅਗਲੀ ਪੰਕਤੀ, ਕਹਿੰਦੇ ਇਹ ਗੱਲ ਕੀ ਹੈ ਜੀ? ਉਹ ਸੰਤ ਮਹਾਤਮਾ ਤਾਂ ਦਿਆਲੂ ਹੋ ਕੇ ਦਿੰਦੇ, ਉਹ ਕਿਉਂ ਨਹੀਂ ਲੈ ਸਕਦੇ? ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ। ਕਹਿੰਦੇ ਉਹ ਮੂਰਖ ਵਿਚਾਰੇ ਕੀ ਕਰਨ? ਅਸਲ ਵਿੱਚ ਉਹ ਧੁਰ ਤੋਂ ਹੀ ਉਹਨਾਂ ਦੇ ਭਾਗ ਮੰਦੇ ਲਿਖੇ ਹੋਏ ਨੇ। ਮੰਦੇ ਭਾਗਾਂ ਨੂੰ ਤਾਂ ਭਾਗਾਂ ਦੀ ਗੱਲ ਹੁੰਦੀ ਹੈ। ਸੋ ਇੱਕ ਵਾਰੀ ਦੀ ਇਉਂ ਪੁਰਾਤਨ ਸਾਖੀ ਆਉਂਦੀ ਹੈ, ਸ਼ਿਵ ਜੀ ਖੜੇ ਸਨ, ਪਾਰਵਤੀ ਲੱਕੜਹਾਰਾ ਵਿਚਾਰਾ ਜੰਗਲ 'ਚੋਂ ਹਫਿਆ, ਲੱਕੜਾਂ ਦਾ ਢੇਰ ਲੈ ਕੇ ਤੁਰਿਆ ਜਾ ਰਿਹਾ। ਤਾਂ ਕਹਿਣ ਲੱਗੇ ਵੀ ਇਹਨੂੰ ਗਰੀਬ ਨੂੰ ਕੋਈ ਦੇ ਦਿਓ, ਦੇਖੋ ਵਿਚਾਰਾ ਕਿਵੇਂ ਹਫਿਆ ਜਾਂਦਾ, ਇੰਨੀ ਉਮਰ ਹੋ ਗਈ ਹੈ। ਕਹਿੰਦੇ ਇਹਦੇ ਕਰਮਾਂ 'ਚ ਨਹੀਂ ਹੈ। ਕਹਿੰਦੇ ਨਹੀਂ, ਤੁਸੀਂ ਐਵੇਂ ਕਹਿ ਦਿਓ ਕਰਮਾਂ 'ਚ ਨਹੀਂ, ਦਿਓ ਤਾਂ ਸਹੀ, ਆਪੇ ਲਊਗਾ। ਕਹਿੰਦੇ ਚਲੋ ਠੀਕ ਹੈ, ਤਰੀਆ ਹਾਠਾ ਤੇਰਾ ਮੈਂ ਦੇਖ ਲੈਂਦਾ। ਕਹਿੰਦੇ ਲੈ ਮੈਂ 1 ਮੀਲ ਤੱਕ ਇਹਦੇ ਮੂਹਰੇ ਹੀਰੇ ਮੋਤੀ ਜਵਾਹਰਾਤ ਆਦਿਕ ਰਸਤੇ 'ਚ ਵਿਛਾ ਦਿੰਦਾ, ਜੇ ਚੱਕ ਗਿਆ ਤਾਂ ਕਹਿ ਨਹੀਂ। ਉਹੀ ਗੱਲ ਕੀਤੀ, ਉਹ ਵਿਛਾ ਦਿੱਤੇ। ਉਹ ਬੰਦਾ ਤੁਰਿਆ ਆਉਂਦਾ ਤਾਂ ਥੋੜ੍ਹੀ ਦੂਰ ਪਹਿਲਾਂ ਹੀ ਸੋਚਦਾ ਹੈ, ਕਹਿੰਦਾ ਵੀ ਅੰਨੇ ਬੰਦੇ ਪਤਾ ਨਹੀਂ ਕਿਵੇਂ ਤੁਰਦੇ ਨੇ।
ਉਹਨੇ ਅੱਖਾਂ ਬੰਦ ਕਰਕੇ ਅੰਨਾ ਹੋ ਕੇ ਕਿਲੋਮੀਟਰ ਤੁਰਿਆ ਗਿਆ। ਸੋ ਤੁਰਿਆ ਹੀ ਗਿਆ। ਜਦੋਂ ਅੱਖਾਂ ਖੋਲੀਆਂ ਉਦੋਂ ਤੱਕ ਉਹ ਮੁੱਕ ਚੁੱਕੇ ਸੀ ਹੀਰੇ ਮੋਤੀ। ਕਹਿੰਦਾ ਵੀ ਅੰਨਿਆਂ ਨੂੰ ਤਾਂ ਬੜੀ ਤਕਲੀਫ ਹੁੰਦੀ ਹੈ, ਕਿੰਨੇ ਰੋੜ ਚੁਭੇ ਮੇਰੇ ਪੈਰਾਂ 'ਚ। ਸੀਗੇ ਉਹ ਹੀਰੇ ਮੋਤੀ। ਉਸ ਵਕਤ ਕਹਿਣ ਲੱਗੇ ਸ਼ਿਵ ਜੀ ਦੇਖਿਆ ਇਹਦੇ ਕਰਮਾਂ 'ਚ ਨਹੀਂ ਸੀਗਾ, ਤੂੰ ਐਵੇਂ ਕਰੀ ਜਾਂਦੀ ਕਿ ਇਹਨਾਂ ਨੂੰ ਪੈਸੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਈਆਂ ਨੂੰ ਅਸੀਂ ਫੜ ਫੜ ਕੇ ਲਿਆਉਂਦੇ, ਉਹ ਇੱਧਰ ਆ ਕਥਾ ਸੁਣ ਲੈ, ਪਾਠ ਕਰ ਲੈ, ਉਹ ਅੱਗਿਓਂ ਗਾਲਾਂ ਕੱਢਣ ਲੱਗ ਜਾਂਦੇ ਆ, ਪੁੱਠਾ ਬੋਲਦੇ ਆ, ਨਿਮਕੇ ਨਹੀਂ ਚੱਲਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪੁਰਸ਼ ਤਿਸ ਪਾਰ ਬ੍ਰਹਮਨ ਮਾਰਨੇ ਉਹ ਕਿਸੇ ਦੇ ਵੀ ਨਹੀਂ ਗਏ, ਉਹ ਕਿਸੀ ਦੇ ਵੀ ਤੋਂ ਸੰਦੇ ਤੋਂ ਭਾਵ ਸੇ ਕਿਸੇ ਨਾ ਸੰਦੇ, ਉਹ ਕਿਸੇ ਦੇ ਵੀ ਨਹੀਂ ਬਣਦੇ, ਨਾ ਗੁਰੂ ਪੀਰ ਦੇ, ਨਾ ਕਿਸੇ ਦੇ, ਨਾ ਕਿਸੇ ਦੇ। ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜਿਹੜੇ ਮੂਰਖ ਪੁਰਸ਼ ਨਿਰਵੈਰ ਮਹਾਤਮਾ ਨਾਲ ਵੈਰ ਕਰਦੇ ਨੇ ਨਾ, ਨਿਰਵੈਰ ਸਤਿਗੁਰੂ ਨਾਲ ਵੈਰ ਕਰਦੇ ਨੇ, ਨਿਰਵੈਰ ਅਕਾਲ ਪੁਰਖ ਨਾਲ ਵੈਰ ਕਰਦੇ ਨੇ, ਉਹ ਧਰਮ ਦੇ ਨਿਆਏ ਤੋਂ ਭਾਵ ਇਨਸਾਫ ਦੇ ਅਨੁਸਾਰ ਹੀ ਪਚੰਦੇ ਹੁੰਦਾ, ਖਰਾਬ ਹੁੰਦੇ ਰਹਿੰਦੇ ਨੇ। ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ। ਜਿਹੜੇ ਜਿਹੜੇ ਪੁਰਸ਼ ਸੰਤਾਂ ਦੇ ਸਰਾਪੇ ਹੋਏ ਨੇ ਉਹ ਹੁਣ ਵੀ ਭਾਉਂਦੇ ਫਿਰਦੇ ਨੇ, ਕਿਉਂਕਿ ਸਾਖੀਆਂ ਬਹੁਤੀਆਂ ਨੇ। ਇਸ ਕਰਕੇ ਮੈਂ ਸਿਰਫ ਇੰਨਾ ਹੀ ਇਸ਼ਾਰਾ ਕੀਤਾ। ਮੇਰੇ ਦੇਖਦਿਆਂ ਦੀ ਸਾਰੀਆਂ ਗੱਲਾਂ ਨੇ, ਇਹ ਪੁਰਾਣਿਆਂ ਨੇ ਵੀ ਦੇਖਿਆ ਹੋਇਆ ਸਾਰਾ ਕੁਝ। ਹੁਣ ਤੱਕ ਭਾਉਂਦੇ ਹੀ ਫਿਰਦੇ ਆ, ਉਹਨਾਂ ਦਾ ਕਦੇ ਕੋਈ ਕੰਮ ਪੂਰਾ ਹੋਇਆ ਹੀ ਨਹੀਂ। ਪੇੜ ਮੁੰਡਾਹੂ ਕੱਟਿਆ ਤਿਸ ਦਾਲ ਸੁਕੰਦੇ। ਜਿਵੇਂ ਪੇੜ ਜਿਹੜਾ ਬ੍ਰਿਕਸ਼ ਹੁੰਦਾ, ਦਰਖਤ ਹੁੰਦਾ, ਮੁੰਡਾਹੂ ਮੁੱਢ ਤੋਂ ਹੀ ਵੱਢਿਆ ਜਾਵੇ ਉਹਦੇ ਸਾਰੇ ਡਾਲ ਹੁੰਦਾ, ਟਾਹਣੇ ਸੁੱਕ ਜਾਂਦੇ ਨੇ। ਸੋ ਐਸੇ ਹੀ ਜਿਹੜਾ ਪੇੜ ਮੁੰਡਾਹੂ ਕੱਟਿਆ, ਜਿਨ੍ਹਾਂ ਦੇ ਪੁੰਨਾਂ ਦਾ ਭਾਵ ਹੋਇਆ, ਉਹਦੇ ਡਾਲ ਸੁਕਾਉਂਦੇ, ਉਹਦੇ ਸਾਰੇ ਸੰਸਾਰਕ ਸੁੱਖਾਂ ਦਾ ਭਾਵ ਹੁੰਦਾ, ਨਾਸ ਹੀ ਹੋ ਜਾਂਦੇ ਨੇ। ਸ਼ਲੋਕ ਮਹੱਲਾ ਪੰਜਵਾ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਭੰਨਣ ਕੜਨ ਸਮਰੱਥ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਹਰੀ ਨਾਮ ਦ੍ਰਿੜਾਇਆ। ਫਿਰ ਗੁਰੂ ਨਾਨਕ ਦੇਵ ਜੀ ਭੰਨਣ ਘੜਨ ਨੂੰ ਸਮਰੱਥ ਨੇ। ਗੁਰੂ ਨਾਨਕ ਦੇਵ ਜੀ ਨੇ ਉਸ ਹਰੀ ਦਾ ਨਾਮ ਦ੍ਰਿੜਾਇਆ ਆਪਾਂ ਨੂੰ, ਜੋ ਹਰੀ ਜਗਤ ਦੇ ਭੰਨਣ ਘੜਨ ਨੂੰ ਸਮਰੱਥ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਵਾਹਿਗੁਰੂ ਦਾ ਨਾਮ ਦ੍ਰਿੜਾਇਆ ਸਾਰਿਆਂ ਨੂੰ, ਉਹ ਨਾਮ ਸ਼ੁਭ ਗੁਣਾਂ ਦੇ ਘੜਨੇ ਨੂੰ ਤੇ ਕਾਮ ਆਦਿਕਾਂ ਦੇ ਭੰਨਣੇ ਨੂੰ ਸਮਰੱਥ ਹੈ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ ਦੁੱਖ ਸਬਾਇਆ ਲੱਥ। ਕਹਿੰਦੇ ਮਿੱਤਰ, ਜੇਕਰ ਤੂੰ ਸਦਾ ਹੀ ਪ੍ਰਮਾਤਮਾ ਨੂੰ ਸੰਭਾਲੇ, ਯਾਦ ਕਰੇ ਭਾਈ, ਤਾਂ ਤੇਰਾ ਸਾਰਾ ਹੀ ਦੁੱਖ ਲੈ ਸਕਦਾ, ਕਿਉਂਕਿ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ। ਇਹ ਗੁਰੂ ਨਾਨਕ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦ੍ਰਿੜ ਕਰਵਾਇਆ। ਮਹੱਲਾ ਪੰਜਵਾ। ਖੁਦਿਆਵੰਤ ਨਾ ਜਾਣੈ ਲਾਜ ਕੁਲਾਜ ਕੁਬੋਲ। ਜਿਵੇਂ ਖੁਦਿਆਵੰਤ ਹੁੰਦਾ ਭੁੱਖਾ ਬੰਦਾ, ਭੁੱਖ ਵਾਲਾ ਭੁੱਖਾ ਬੰਦਾ, ਲਾਜ ਕੁਲਾਜ ਹੁੰਦਾ ਸ਼ਰਮ ਕੁਸ਼ਰਮ, ਅਤੇ ਬੋਲ ਕਬੋਲ ਨੂੰ ਨਹੀਂ ਜਾਣਦਾ। ਚਾਹੇ ਉਹਨੂੰ ਕੋਈ ਕੁਝ ਵੀ ਕਹੀ ਜਾਵੇ, ਉਹ ਸਭ ਸਹਾਰੀ ਜਾਂਦਾ ਹੈ। ਕਹਿੰਦੇ ਇਸੇ ਪ੍ਰਕਾਰ ਹੀ ਸ਼ਰਮ ਕੁਸ਼ਰਮ ਨੂੰ ਦੂਰ ਕਰਕੇ ਉਹ ਇਨਸਾਨ ਜਿਹੜਾ ਹੈ ਉਹ ਸਭ ਕੁਝ ਮੰਗਣਾ ਹੀ ਵਾਸਤੇ ਤੁਰ ਪੈਂਦਾ। ਕਿਉਂ? ਭੁੱਖ ਜੋ ਲੱਗੀ ਹੈ। ਕਹਿੰਦਾ ਜਿਵੇਂ 2 ਤੇ 2, ਕਹਿੰਦਾ 4 ਰੋਟੀਆਂ। ਕਹਿੰਦਾ ਰੋਟੀਆਂ ਕਿੱਥੋਂ ਆ? ਕਹਿੰਦਾ ਭੁੱਖ ਲੱਗੀ ਹੈ। ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ। ਮਹਾਰਾਜ ਕਥਨ ਕਰਦੇ ਕਿ ਹਰੀ ਨਾਮ ਨੂੰ ਮੰਗਣਾ ਕਰੇ ਤਾਂ ਗੁਰੂ ਸਾਹਿਬ ਕਿਰਪਾ ਨਾਲ ਨਾਮ ਨਾਲ ਸੰਜੋਗ ਕਰਵਾ ਦਿੰਦੇ ਨੇ। ਸਤਿਗੁਰੂ ਮਹਾਰਾਜ ਦੀ ਉਸ ਜੀਵ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਸਾਹਿਬ ਦੀ ਮਿਹਰ ਹੋ ਜਾਂਦੀ ਹੈ। ਪੌੜੀ। ਜੇ ਵੇਹ ਕਰਮ ਕਮਾਵਦਾ ਤੇ ਵੇਹ ਫਲ ਤੇ, ਚੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲ ਤੇ। ਇਹ ਜੀਵ ਜਿਹੋ ਜਿਹੇ ਕਰਮ ਕਮਾਉਂਦਾ ਤੇਹੋ ਜਿਹੇ ਫਲ ਉਹਨੂੰ ਮਿਲਦੇ ਰਹਿੰਦੇ ਨੇ। ਕਹਿੰਦੇ ਜੇ ਕੋਈ ਭਾਵ ਸਾਰ ਹੁੰਦਾ, ਰੇਤਿਆ ਹੋਇਆ ਤੱਤਾ ਲੋਹਾ ਚੱਬੇ, ਤਾਂ ਸੰਗ ਦੇ ਵਿੱਚ ਹੀ ਪਲਤੇ ਤੋਂ ਭਾਵ ਫਸ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਇਨਸਾਨ ਖੋਟੇ ਕਰਮ ਕਮਾਉਂਦੇ ਉਹ ਅੰਤ ਨੂੰ ਦੁਖੀ ਹੁੰਦੇ ਨੇ। ਚੱਬੇ ਤੱਤਾ ਲੋਹ ਸਾਰ ਵਿੱਚ ਸੰਘੈ ਪਲਤੇ। ਤੱਤਾ ਲੋਹ ਸਾਰ ਹੁੰਦਾ, ਮੈਂ ਗਰਮ ਗਰਮ ਲੋਹਾ ਲੈ ਕੇ ਨਾ, ਜਿਹੜੇ ਲੋਹਾਰ ਹੁੰਦੇ ਭੱਠੀ 'ਚ ਗਰਮ ਕਰਕੇ ਉਹ ਰੇਤੀ ਦੇ ਨਾਲ ਇੱਕਦਮ ਨੂੰ ਉਸੇ ਵਕਤ ਹੀ ਜਦੋਂ ਕਰਦੇ ਨੇ, ਰੇਤਦੇ ਨੇ, ਤਾਂ ਉਹ ਥੱਲੇ ਬੂਰਾ ਜਿਹਾ ਡਿੱਗ ਪੈਂਦਾ, ਤੱਤਾ ਤੱਤਾ। ਕਹਿੰਦੇ ਜੇ ਮਹਾਰਾਜ ਕਹਿੰਦੇ ਚੱਕ ਕੇ ਕੋਈ ਖਾ ਜਾਵੇ, ਸੰਗ 'ਚ ਹੀ ਫਸਣਾ। ਇਸੇ ਤਰ੍ਹਾਂ ਹੀ ਕਹਿੰਦੇ ਜਿਹੜੇ ਖੋਟੇ ਬੰਦੇ ਨੇ ਉਹ ਜੇ ਕਰਮ ਕਮਾਉਂਦੇ ਅੰਤ ਨੂੰ ਦੁਖੀ ਹੋਣਾ। ਘੱਤ ਗੱਲਾਂਵਾ ਚਾਲਿਆ ਤਿੰਨ ਦੂਤ ਅਮਲ ਤੇ, ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ। ਤੇ ਨਾ ਜਮਦੂਤਾਂ ਨੇ ਕਹਿੰਦੇ ਅਮਲ ਤੇ ਹੁੰਦਾ ਕਰਮਾਂ ਅਨੁਸਾਰ, ਗਲਾਵਾਂ ਘੱਤ ਹੁੰਦਾ ਫਾਹਾ ਪਾ ਕੇ ਜੀਵ ਨੂੰ
ਪ੍ਰਲੋਕ ਰਸਤੇ ਤੇ ਚਲਾਉਣਾ ਕੀਤਾ। ਉਹ ਜੀਵ ਦੀ ਕੋਈ ਵੀ ਆਸਾ ਪੂਰਨ ਨਹੀਂ ਹੁੰਦੀ। ਜੋ ਨਿੰਦਿਆ ਰੂਪੀ ਪਰਾਈ ਮੈਲ ਨੂੰ ਹਿਰਤੈ ਹੁੰਦਾ ਚੁਰਾ ਲੈਂਦੇ ਨੇ। ਤੋ ਇੱਥੇ ਪਾਠ ਪਰਮਲ ਇਕੱਠਾ ਨਹੀਂ ਹੈ। ਕਈ ਜਗ੍ਹਾ ਦੇ ਉੱਤੇ ਪਰਮਲ ਇਕੱਠਾ ਹੁੰਦਾ, ਪਰਮਲ ਚੰਦਨ ਨੂੰ ਕਹਿੰਦੇ ਵੈਸੇ, ਪਰ ਕਈ ਜਗ੍ਹਾ ਤੇ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਇਹ ਸ੍ਰੀ ਰਾਗ ਚ ਵੀ ਆਇਆ ਸੀ। ਇੱਥੇ ਪਾਠ ਪਰ ਮਲ ਹਿਰਤੇ, ਪਰਮਲ ਨਹੀਂ ਕਹਿਣਾ। ਕੀਆ ਨਾ ਜਾਣੈ ਕਿਰਤ ਕਣ ਵਿੱਚ ਜੋਨੀ ਫਿਰਤੇ, ਸਭੇ ਧਿਰਾਂ ਨਖੁੱਟੀਅਸ ਹਿਰ ਲਈਅਸ ਧਰਤੇ। ਜੋ ਵਾਹਿਗੁਰੂ ਨੇ ਪਰਉਪਕਾਰ ਕੀਤਾ ਹੈ ਉਹਨੂੰ ਇਹ ਕਿਰਤ ਕਣ ਪੁਰਸ਼ ਜਾਣਦੇ ਨਹੀਂ, ਇਸ ਕਰਕੇ ਉਹ ਜੂਨੀਆਂ ਵਿੱਚ ਫਿਰਦੇ ਨੇ। ਉਹ ਪੁਰਸ਼ ਦੇ ਸਾਰੇ ਜਿਹੜੇ ਧਿਰਾਂ ਹੁੰਦੇ, ਆਸਰੇ ਹੁੰਦੇ, ਨਖੁੱਟੀਅਸ ਨਖੁੱਟ ਗਏ ਭਾਵ ਮੁੱਕ ਗਏ। ਜੋ ਧਰਤੇ ਤੋਂ ਭਾਵ ਪ੍ਰਿਥਵੀ ਤੋਂ ਹਿਰ ਲਈਅਸ ਚੁੱਕ ਲਏ ਨੇ, ਅਰਥਾਤ ਭਾਵ ਕਹਿਣ ਤੋਂ ਮਾਰ ਦਿੱਤੇ ਨੇ। ਜਿਹੜੇ ਵਾਹਿਗੁਰੂ ਨੇ ਧਰਤੇ ਤੋਂ ਭਾਵ ਧੜ ਤੋਂ ਜੋ ਮਾਰ ਲਿੱਤੇ ਨੇ, ਸਿਰ ਵੱਖਰਾ ਤੇ ਧੜ ਵੱਖਰਾ ਹੀ ਕਰ ਦਿੱਤਾ। ਵਿਜਣ ਕਲਹ ਨਾ ਦੇਵਦਾ ਤਾਂ ਲਿਆ ਕਰਤੇ, ਕਿਉਂਕਿ ਉਹ ਜਿਹੜੇ ਇਨਸਾਨ ਨੇ ਨਾ, ਉਹ ਕਲਹ ਤੋਂ ਭਾਵ ਲੜਾਈ ਨੂੰ ਵਿਜਣ ਹੁੰਦਾ, ਬੁਝਣ ਹੀ ਨਹੀਂ ਦਿੰਦਾ। ਫਿਰ ਤਾਂ ਲਿਆ ਕਰਤੇ, ਤਾਂ ਹੀ ਉਹ ਕਰਤੇ ਪਰਮੇਸ਼ਰ ਨੇ ਇਹਨੂੰ ਮਾਰ ਹੀ ਦਿੱਤਾ। ਕਈ ਲੜਾਈ ਉਹ ਬਥੇਰਾ ਸਮਝਾਉਂਦੇ, ਨਾ ਲੜੋ, ਨਾ ਕਰੋ, ਨਾ ਕਰੋ, ਹਟ ਜਾਓ, ਪੰਗਾ ਲੈਣੋਂ ਹਟਦੇ ਹੀ ਨਹੀਂ। ਅਖੀਰ ਪਰਮੇਸ਼ਰ ਕਹਿੰਦੇ ਉਹਨੂੰ ਚੱਕ ਹੀ ਲਈਏ, ਸੰਗਤ ਨੂੰ ਤੰਗ ਹੀ ਕਰਦਾ ਹੈ। ਜੋ ਕਰਤੇ ਅਹੰਮੇਉ ਝੜ ਧਰਤੀ ਪੜਤੇ। ਹੁਣ ਜਿਹੜੇ ਬੰਦੇ ਅਹੰਮੇਉ ਹੁੰਦਾ, ਇਹ ਨਿਸ਼ਚੇ ਕਰਕੇ ਹੰਕਾਰ ਨੂੰ ਕਰਦੇ, ਉਹ ਝੜ ਕੇ ਧਰਤੀ ਉੱਤੇ ਡਿੱਗ ਪੈਂਦੇ। ਅਖੀਰ ਇੰਨੀਆਂ ਬਿਮਾਰੀਆਂ ਲਾ ਦਿੰਦੇ ਪਰਮੇਸ਼ਰ, ਕਹਿੰਦੇ ਬੋਲੀ ਜਾਂਦਾ, ਹਟਦਾ ਹੀ ਨਹੀਂ, ਲੰਮਾ ਹੀ ਪਾ ਦਿੰਦੇ ਉਹਨੂੰ। ਫਿਰ ਕਹਿੰਦੇ ਜਾ ਉੱਥੇ ਪਿਆਰ ਹੈ ਹੁਣ, ਇਸ ਕਰਕੇ ਜਾਂ ਚੁੱਕ ਹੀ ਲੈਂਦੇ, ਧਰਤੀ ਉੱਤੇ ਹੀ ਸਿੱਟ ਦਿੰਦੇ ਨੇ, ਬੇਹੋਸ਼ ਹੋ ਕੇ ਡਿੱਗ ਪੈਂਦਾ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੇ ਹਿਰਦੈ ਹਾਰ ਪਰੋਏ। ਗੁਰਮੁਖਾਂ ਦੀ ਬੁੱਧੀ ਜਿਹੜੀ ਹੁੰਦੀ ਨਾ, ਬਿਬ ਏਕ, ਦੋ ਤੋਂ ਇੱਕ ਹੋਣ ਦਾ ਗਿਆਨ ਹੁੰਦਾ ਉਹਨਾਂ ਨੂੰ। ਗੁਰਮੁਖ ਹਰੀ ਗੁਣਾਂ ਨੂੰ ਗਾਉਂਦੇ ਨੇ ਤੇ ਵਾਹਿਗੁਰੂ ਵਾਹਿਗੁਰੂ ਕਰਨੇ ਰੂਪੀ ਹਾਰ ਨੂੰ ਹਿਰਦੇ 'ਚ ਪਰੋ ਲੈਂਦੇ ਨੇ। ਪਵਿੱਤ ਪਾਵਨ ਪਰਮ ਵਿਚਾਰੀ, ਜੇ ਉਸ ਮਿਲੈ ਤਿਸ ਪਾਰ ਉਤਾਰੀ। ਉਹ ਪਵਿੱਤਰ ਤੋਂ ਪਵਿੱਤਰ ਨੇ, ਪਵਿੱਤ ਪਾਵਨ ਪਰਮ ਵਿਚਾਰੀ, ਬੜੇ ਵਿਚਾਰਵਾਨ ਨੇ। ਜਿਹੜਾ ਇਨਸਾਨ ਉਹਨਾਂ ਨੂੰ ਮਿਲਦਾ ਹੈ ਉਹਨੂੰ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਨੇ। ਅੰਤਰ ਹਰ ਨਾਮ ਬਾਸਨਾ ਸਮਾਣੀ, ਹਰ ਦਰ ਸੋਭਾ ਮਹਾ ਉੱਤਮ ਬਾਣੀ। ਉਹਨਾਂ ਦੇ ਅੰਦਰ ਵਾਹਿਗੁਰੂ ਨਾਮ ਦੀ ਵਾਸ਼ਨਾ ਸਮਾ ਰਹੀ ਹੈ। ਨਾਮ ਕਰਕੇ ਅੰਦਰੋਂ ਹਰ ਹੁੰਦਾ, ਤਮਾਮ ਵਾਸ਼ਨਾ ਸਮਾਣੀ ਭਾਵ ਵੀ ਹੋ ਜਾਂਦੀ ਹੈ। ਉਹ ਗੁਰਮੁਖ ਵਾਹਿਗੁਰੂ ਦੇ ਸੰਸਾਰ ਦਰਵਾਜ਼ੇ ਵਿੱਚ ਸ਼ੋਭਾ ਪਾਉਂਦੇ ਨੇ ਤੇ ਬੜੀ ਉੱਤਮ ਬਾਣੀ ਬੋਲਦੇ ਨੇ। ਜੇ ਪੁਰਖ ਸੁਣੈ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਉਹਨਾਂ ਦੀ ਬਾਣੀ ਨੂੰ ਜਿਹੜਾ ਇਨਸਾਨ ਸੁਣਦਾ ਨਿਹਾਲ ਹੋ ਜਾਂਦਾ, ਕਿਉਂਕਿ ਗੁਰਮੁਖਾਂ ਦੀ ਬਾਣੀ ਮਿੱਠੀ ਬਹੁਤ ਹੁੰਦੀ। ਮਹਾਰਾਜ ਜੀ ਕਥਨ ਕਰਦੇ ਨੇ, ਗੁਰਮੁਖਾਂ ਨੇ ਸਤਿਗੁਰਾਂ ਨਾਲ ਮਿਲ ਕੇ ਧਨਤਾ ਜੋਗ ਰੂਪੀ ਮਾਲ ਧਨ ਨੂੰ ਪ੍ਰਾਪਤ ਕਰ ਲਿਆ। ਪ੍ਰਤੱਖ ਨਾਮ ਵੀ, ਧਨ ਵੀ, ਮਾਲ ਵੀ ਸਭ ਮਿਲ ਜਾਂਦਾ, ਕਿਰਪਾ ਹੋ ਜਾਂਦੀ ਹੈ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕਿ ਪੂਰੈ ਸਤਿਗੁਰ ਭਾਵੈ। ਹੁਣ ਸਤਿਗੁਰਾਂ ਦੇ ਜੀ ਕੀ ਸਾਰ ਹੁੰਦੀ, ਦਿਲ ਦੀ ਸਾਰ ਨਹੀਂ ਜਾਣੀ ਜਾਂਦੀ ਕਿ ਪੂਰੇ ਸਤਿਗੁਰੂ ਨੂੰ ਕੀ ਭਾਉਂਦਾ, ਕੀ ਚੰਗਾ ਲੱਗਦਾ। ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਸਿੱਖਾਂ ਦੇ ਹਿਰਦੇ ਅੰਦਰ ਸਤਿਗੁਰੂ ਆਪ ਵਰਤਦੇ ਨੇ। ਹੋਵੇ ਪੂਰਨ ਗੁਰਸਿੱਖ। ਜੋ ਕੋਈ ਸਿੱਖਾਂ ਦੀ ਸੇਵਾ ਕਰਨ ਨੂੰ ਲੋਚਿਆ ਤੋਂ ਭਾਵ ਚਾਹੁੰਦਾ ਹੈ, ਉਸ ਉੱਪਰ ਗੁਰਾਂ ਦੀ ਬਹੁਤ ਖੁਸ਼ੀ ਹੁੰਦੀ ਹੈ, ਪ੍ਰਸੰਨਤਾ ਹੁੰਦੀ ਹੈ। ਉਸ ਉੱਪਰ ਸਤਿਗੁਰੂ ਜੀ ਖੁਸ਼ੀ ਕਰਦੇ ਨੇ। ਦਸਵੇਂ ਪਾਤਸ਼ਾਹ ਜਿਵੇਂ 716 ਕਿਤੇ ਕਹਿੰਦੇ, ਸੇਵ ਕਰੀ ਨਹੀਂ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। दान दयो इन्हीं को भलो, और आन को दान न लागत नीको। आज्ञा फला इन्हीं को दयो, जग में जस और दयो सब फीको। मोह ग्रह में मानते तानते, सिर लो धन है सब ही इन ही को। ਮਹਾਰਾਜ ਕਹਿੰਦੇ ਨੇ, ਜਿਹੜੇ ਕੋਈ ਸਰੀਰ ਕਰਕੇ ਸਾਨੂੰ ਛਕਾਉਣਾ ਚਾਹੁੰਦੇ ਨੇ, ਉਹ ਪੰਜ ਸਿੰਘਾਂ ਨੂੰ ਛਕਾਉਣ, ਇੱਕ ਨੂੰ, ਦੋ ਨੂੰ, ਸੰਗਤ ਨੂੰ। ਕਹਿੰਦੇ ਮੈਂ ਉਹਨਾਂ ਦੇ ਹਿਰਦੇ ਅੰਦਰ ਹੀ ਤਾਂ ਬੈਠਾ ਗੁਰਸਿੱਖਾਂ ਦੇ, ਮੈਂ ਕੋਈ ਵੱਖਰਾ ਥੋੜ੍ਹੀ ਹਾਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ।
ਸਰੀਰ ਕਰਕੇ ਜਿਨ੍ਹਾਂ ਨੇ ਸੇਵਾ ਕਰਨੀ ਆ, ਬਸਤਰ ਦੀ, ਖਾਣ ਪੀਣ ਦੀ, ਕੱਪੜੇ ਦੀ, ਮਾਇਆ ਦੀ, ਕਹਿੰਦੇ ਉਹ ਸੰਤ ਮਹਾਤਮਾ ਗੁਰਸਿੱਖਾਂ ਦੀ, ਅਭਿਆਗਤਾਂ ਦੀ, ਗਰੀਬਾਂ ਦੀ, ਲੋੜਵੰਦਾਂ ਦੀ, ਸੰਗਤਾਂ ਦੀ ਸੇਵਾ ਕਰੋ ਭਾਈ। ਮੈਂ ਬੈਠਾ ਖਾਸ ਵਿਸ਼ੇਸ਼ ਗੁਰਸਿੱਖਾਂ ਅੰਦਰ ਕਿਹਾ, ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੈ, ਗੁਰਸਿੱਖਾਂ ਕੀ ਘਾਲ ਸੱਚਾ ਥਾਂਏ ਪਾਵੈ। ਹੁਣ ਸਤਿਗੁਰੂ ਮਹਾਰਾਜ ਜੋ ਵੀ ਆਖਣ ਗੁਰਸਿੱਖ ਉਹੀ ਕਾਰ ਕਮਾਉਂਦੇ ਨੇ, ਅਤੇ ਗੁਰੂ ਸਾਹਿਬ ਜੀ ਜੋ ਜਪ ਕਰਨਾ ਦੱਸਦੇ ਨੇ, ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੈ। ਹੁਣ ਜਿਹੜਾ ਗੁਰੂ ਸਾਹਿਬ ਕਹਿੰਦੇ ਆਹ ਜਪੋ ਭਾਈ, ਜਾਪ ਸਾਹਿਬ, ਜਪਜੀ ਸਾਹਿਬ, ਮੂਲ ਮੰਤਰ, ਗੁਰਮੰਤਰ ਜਪ ਕਰਨਾ ਦੱਸਦੇ ਨੇ ਨਾ, ਉਸੇ ਜਪ ਨੂੰ ਗੁਰਸਿੱਖ ਕਮਾਉਂਦੇ ਨੇ। ਇਸ ਕਰਕੇ ਗੁਰਸਿੱਖਾਂ ਦੀ ਜਿਹੜੀ ਘਾਲ ਕਮਾਈ ਕੀਤੀ ਹੋਈ ਆ, ਉਹਨੂੰ ਪਰਮੇਸ਼ਰ ਸੱਚਾ ਥਾਂ ਪਾਉਣ ਦਾ ਭਾਵ ਹੁੰਦਾ ਸਫਲ ਕਰਨਾ, ਥਾਂ ਪਾਉਣ ਦਾ ਮਤਲਬ ਸਫਲ ਕਰ ਦੇਣਾ। ਵਿਣ ਸਤਿਗੁਰ ਕੇ ਹੁਕਮੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨ ਆਵੈ। ਸਤਿਗੁਰਾਂ ਦੇ ਹੁਕਮ ਤੋਂ ਬਿਨਾਂ ਜੋ ਮਨੁੱਖ ਧੱਕੇ ਨਾਲ ਹੀ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤੋਂ ਭਾਵ ਚਾਹੁੰਦਾ ਹੈ, ਉਹਦੇ ਨੇੜੇ ਫਿਰ ਗੁਰੂ ਦੇ ਸਿੱਖ ਆਉਂਦੇ ਹੀ ਨਹੀਂ। ਕਿਉਂਕਿ ਕਈ ਗੁਰਸਿੱਖਾਂ ਤੋਂ ਧੱਕੇ ਨਾਲ ਹੀ ਕੰਮ ਕਰਾਉਂਦੇ ਰਹਿੰਦੇ ਨੇ, ਉਹ ਸਮਝਦੇ ਐਵੇਂ ਹੀ ਤੁਰਿਆ ਜਾਂਦਾ ਹੈ। ਸੋ ਇਸ ਪ੍ਰਕਾਰ ਜਿਵੇਂ ਭਾਈ ਗੋਦੜੀਆ ਜੀ 5ਵੇਂ ਪਾਤਸ਼ਾਹ ਵੇਲੇ ਹੋਏ ਨੇ, ਉਹ ਬਸ ਇੱਕ ਕੰਬਲ ਪਾਟਿਆ ਰੱਖਣਾ, ਜਪਜੀ ਸਾਹਿਬ ਦੇ 25 ਪਾਠ ਕਰਨੇ, ਬੜੀ ਕਿਰਪਾ ਸੀ। ਸੋ ਤੁਰੇ ਜਾਣ ਤਾਂ ਇੱਕ ਜ਼ਿਮੀਂਦਾਰ ਨੇ ਕਿਹਾ, ਕਮਲਾ ਝੱਲਾ ਜਾ ਛਿਟੀਆਂ ਪੜਦਾ ਸੀ ਜ਼ਿਮੀਂਦਾਰ, ਕਹਿੰਦਾ ਇੱਧਰ ਆ ਬਈ, ਚੱਲ ਆ ਤੈਨੂੰ ਰੋਟੀ ਖਵਾਵਾਂਗੇ, ਆ ਛਿਟੀਆਂ ਪੱਟ। ਉਹਨੇ ਸੋਚਿਆ ਉਹੀ ਕੋਈ ਕਮਲਾ ਝੱਲਾ ਜਾ ਤੁਰਿਆ ਜਾਂਦਾ, ਤੇ ਉਹ ਛਿਟੀਆਂ ਪੱਟਣ ਲੱਗ ਪਿਆ। ਕਿਸੇ ਨੇ ਪਛਾਣ ਲਿਆ ਵੀ ਉਹ ਤਾਂ ਭਾਈ ਗੋਦੜੀਆ। ਕਹਿੰਦੇ ਭਾਈ ਸਾਹਿਬ ਜੀ ਇੱਥੇ ਕੀ ਕਰਦੇ ਹੋ? ਕਹਿੰਦੇ ਜ਼ਿਮੀਂਦਾਰ ਦੀਆਂ ਜੜ੍ਹਾਂ ਪੱਟਦਾ। ਬਸ ਇਸੇ ਪ੍ਰਕਾਰ ਉਹਦੇ ਘਰੋਂ ਬੀਬੀ ਲੈ ਕੇ ਪ੍ਰਸ਼ਾਦਾ ਆਈ, ਜਦ ਲਿਆ ਕੇ ਉਹ ਕਹਿੰਦੀ ਇਹ ਤਾਂ ਆਇਆ ਕੌਣ? ਹੋਰ ਕਹਿੰਦੇ ਇਹ ਵੀ ਆਸ ਫੜਿਆ ਹੋਇਆ, ਛਿਟੀਆਂ ਛੁੱਟੀਆਂ ਪੱਟੂਗਾ ਆਪਣੀਆਂ। ਤੇ ਕਹਿੰਦੀ ਮੈਂ ਤਾਂ ਦਹੀਂ ਥੋੜਾ ਲਿਆਈ। ਕਹਿੰਦੇ ਲਾਲ ਮਿਰਚਾਂ ਸਿੱਟਦੇ ਚੰਗੀਆਂ, ਆਪੇ ਮਚਦਾ ਫਿਰੂ। ਉਹਨੇ ਲਾਲ ਮਿਰਚਾਂ ਖਾਸੀਆਂ ਸਾਰੀਆਂ ਪਾ ਕੇ ਜਿਹੜੇ ਫੁਲਕੇ 2-4 ਸੀ ਦੇਤੇ। ਜਦ ਪਹਿਲੀ ਬੁਰਕੀ ਮੂੰਹ 'ਚ ਪਾਈ, ਭਾਈ ਸਾਹਿਬ ਦਾ ਮੂੰਹ ਸੜ ਗਿਆ। ਕਹਿੰਦੇ ਉਹ ਮਾਈ ਤੈਨੂੰ ਸੱਪ ਲੜੇ, ਤੂੰ ਇੰਨੀਆਂ ਮਿਰਚਾਂ ਲਾਲ ਪਾਤੀਆਂ। ਉਹ ਜਦ ਹੀ ਸੱਪ ਨਿਕਲਿਆ ਨੇੜੇ ਜੋ ਲੜ ਗਿਆ, ਉੱਥੇ ਉਹ ਚੜ੍ਹਾਈ ਕਰ ਗਈ। ਜ਼ਿਮੀਂਦਾਰ ਵੀ, ਉਹ ਸਾਰਾ ਟੱਬਰ ਹੀ ਉੱਜੜ ਗਿਆ ਉਹਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਈ ਕਹਿੰਦੇ ਵੀ, ਕਈ ਐਂ ਸਮਝਦੇ ਵੀ ਇਹ ਕਮਲੇ ਝਮਲੇ ਜੀ ਆ, ਸਿੱਧੇ ਸਾਦੇ ਜੀ ਆ, ਪਰ ਇਹ ਨਹੀਂ ਸਮਝਦੇ ਉਹਨੇ ਕਮਾਈ ਕਿੰਨੀ ਹੁੰਦੀ ਆ। ਜੇ ਉਹਨਾਂ ਨੇ ਬਚਨ ਕਰਤਾ ਨਾ, ਠਾਹ ਵੱਜਦਾ ਉੱਥੇ ਹੀ। ਇਸ ਕਰਕੇ ਇਹ ਨਾ ਕੋਈ ਸਮਝੇ ਵੀ ਗੁਰਸਿੱਖ ਊਂ ਹੀ ਤੁਰੇ ਫਿਰਦੇ ਨੇ। ਗੁਰਸਿੱਖਾਂ ਦੇ ਹਿਰਦੇ ਅੰਦਰ ਸਤਿਗੁਰ ਬੈਠੇ, ਬਾਣੀ ਪੜ੍ਹਨ ਵਾਲਿਆਂ ਦੇ, ਤੇ ਗੁਰਸਿੱਖ ਜੋ ਮੂੰਹ ਚੋਂ ਕਹਿ ਦਊਗਾ, ਗੁਰੂ ਉਹਨੂੰ ਪੂਰਾ ਕਰ ਦਿੰਦਾ। ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੈ। ਜਿਹੜੇ ਪੁਰਸ਼ ਗੁਰ ਤੋਂ ਭਾਵ ਪੂਜਨੀਕ ਸਤਿਗੁਰਾਂ ਦੇ ਅੱਗੇ ਜੀਉ ਲਾਏ ਹੁੰਦਾ, ਦਿਲ ਲਗਾ ਕੇ ਘਾਲੈ ਤੋਂ ਭਾਵ ਸੇਵਾ ਕਰਦੇ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੇ ਕੀਤੀ ਆ ਨਾ, ਤੇ ਉਹਨਾਂ ਦੇ ਅੱਗੇ ਬਾਬਾ ਬੁੱਢਾ ਜੀ, ਹੋਰ ਸਾਰੇ ਪ੍ਰੇਮੀਆਂ ਨੇ ਕੀਤੀ ਹੈ। ਤੇ ਉਹਨਾਂ ਦੇ ਅੱਗੇ ਗੁਰਸਿੱਖ ਖੁਸ਼ ਹੋ ਕੇ ਕਾਰ ਕਮਾਉਂਦੇ ਆ। ਮੇਰੇ ਸਤਿਗੁਰ ਨੇ ਮੈਨੂੰ ਆਹ ਕੰਮ ਕਿਹਾ, ਸੰਗਤ ਦਾ ਆਹ ਕਾਰਜ, ਖੁਸ਼ ਹੋਏ ਭੱਜੇ ਫਿਰਦੇ ਨੇ। ਤੇ ਜੇ ਕਈ ਐ ਗ੍ਰੰਥੀ ਸਿੰਘਾਂ ਨੂੰ ਵੀ ਮਾੜੇ ਪਾਸੇ ਵਰਤਦੇ ਨੇ ਵੀ ਚੱਲ ਇਹ ਸਾਡੇ ਅਧੀਨ ਹੈ, ਸਾਤੋਂ ਤਨਖਾਹ ਲੈਂਦਾ। ਕਈ ਰਾਗੀਆਂ ਤੋਂ ਵੀ ਕੰਮ ਕਰਾਈ ਜਾਂਦੇ, ਗ੍ਰੰਥੀਆਂ ਤੋਂ, ਪਾਠੀਆਂ ਤੋਂ, ਵੀ ਚਲੋ ਇੱਧਰ ਆਹ ਕੰਮ ਕਰ ਓਏ, ਉਹ ਫਲਾਨੀ ਚੀਜ਼ ਕਰ ਓਏ। ਤੇ ਉਹਨੂੰ ਇਹ ਨਹੀਂ ਪਤਾ ਇਹ ਕਿੰਨੀ ਬਾਣੀ ਪੜ੍ਹਦਾ, ਤੇ ਫਿਰ ਮਹਾਰਾਜ ਨੂੰ ਖੁਸ਼ੀ ਨਹੀਂ ਹੁੰਦੀ ਉਹਦੀ। ਜੇ ਠੱਗੀ ਆਵੈ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੈ। ਜਿਹੜਾ ਠੱਗੀ ਮਾਤਰ ਆਉਂਦਾ ਤੇ ਠੱਗੀ ਮਾਤਰ ਹੀ ਉੱਠ ਕੇ ਚਲਿਆ ਜਾਂਦਾ, ਉਹਦੇ ਕੋਲੇ ਗੁਰੂ ਕੇ ਸਿੱਖ ਮੂਲ ਹੁੰਦਾ ਕਦਾਚਿਤ ਆਉਂਦੇ ਹੀ ਨਹੀਂ। ਠੱਗੀ ਮਾਤਰ ਇਸ ਤਰ੍ਹਾਂ ਆਉਂਦੇ ਕਿ ਦਰਸ਼ਨ ਕੀਤਿਆਂ ਦੇਰ ਹੋ ਗਈ, ਅੱਜ ਜਾ ਕੇ ਦਰਸ਼ਨ ਕਰ ਆਈਏ। ਤੇ ਠੱਗੀ ਮਾਤਰ ਇਉਂ ਉੱਠ ਕੇ ਜਾਂਦੇ ਨੇ ਕਿ ਦੇਖਿਆ ਕਿ ਹੁਣ ਸੇਵਾ ਦਾ ਮੌਕਾ ਆ ਬਣਿਆ, ਤਾਂ ਕਹਿਣਾ ਕਿ ਗਊ ਧੁੱਪੇ ਬੰਨ੍ਹੀ ਹੋਈ ਸੀ, ਉਹ ਸੱਚ ਘਰ ਦਾ ਕੰਮ ਯਾਦ ਆ ਗਿਆ, ਜਾ ਕੇ ਉਹਨੂੰ ਖੋਲ੍ਹਾਂ ਭਾਈ, ਪਾਪ ਲੱਗੂਗਾ। ਕਿਉਂ ਪਤਾ ਨਾ ਵੀ ਹੁਣ ਲੰਗਰ ਪਕਾਉਣ ਨੂੰ ਕਹਿਣਗੇ, ਜਾਂ ਝਾੜੂ ਦੇਣ ਨੂੰ, ਭਾਂਡੇ ਚੱਕਣ ਨੂੰ, ਹੋਰ ਕੋਈ ਕੰਮ, ਕਹੀ ਟੋਕਰੀ ਦਾ ਕੰਮ ਨਾ ਕਿਤੇ ਕਹਿ ਦੇਣ। ਤੇ ਉਹੀ ਆ ਕੇ ਬੈਠੇ, ਲੰਗਰ ਪਾਣੀ ਛਕਿਆ, ਵਧੀਆ ਚੀਜ਼ਾਂ ਛਕੀਆਂ। ਤੇ ਜਦੋਂ ਆਈ ਕੰਮ ਦੀ ਵਾਰੀ, ਉਹ ਠੱਗੀ ਦੇ ਬਚਨ ਕਹਿ ਕੇ ਕਰੋ, ਸਾਡੇ ਤਾਂ ਸੱਚ ਬਾਹਰ ਗਾਂ ਬੰਨ੍ਹੀ ਹੋਈ ਸੀ, ਲੈ ਵੀ ਪਾਪ ਲੱਗੂ। ਸਾਡੇ ਤਾਂ ਨਿਆਣੇ ਨੇ ਆਉਣਾ ਜੀ, ਲੈ ਵੀ ਚਲਾਕੀ ਨਾਲ ਉਥੋਂ ਨਿਕਲ ਜਾਣਾ ਕੰਮ ਦੇ ਵੇਲੇ ਨੂੰ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ। ਮਹਾਰਾਜ ਕਥਨ ਕਰਦੇ, ਅਸੀਂ ਬ੍ਰਹਮ ਦੀ ਪ੍ਰਾਪਤੀ ਦਾ ਵਿਚਾਰ ਕਹਿ ਕੇ ਸੁਣਾਇਆ ਤੁਹਾਨੂੰ। ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁੱਖ ਪਾਵੈ। ਸਤਿਗੁਰਾਂ ਦੇ ਮਨ ਹੁੰਦਾ ਮੰਤਰ ਮੰਨੇ ਬਿਨਾ, ਜਾਂ ਸਤਿਗੁਰਾਂ ਨੇ
ਮਨ ਮੰਨੇ ਬਿਨਾ ਜਿਹੜਾ ਪੁਰਸ਼ ਹੈ ਨਾ ਗੁਰਸਿੱਖਾਂ ਪਾਸੋਂ ਕੰਮ ਨੂੰ ਕਰਾਏਗਾ ਕਦੇ ਵੀ, ਉਹ ਪੁਰਸ਼ ਬੜਾ ਭਾਰੀ ਦੁੱਖ ਪ੍ਰਾਪਤ ਕਰੇਗਾ। ਸਤਿਗੁਰ ਦਾ ਤਾਂ ਮਨ ਮੰਨਦਾ ਨਹੀਂ। ਮੈਂ ਦੇਖਿਆ ਨਾ ਇਹ ਕਈ ਥਾਈਂ ਇਹੋ ਜਿਹੇ ਆ ਜਿਹੜੇ ਬਾਹਲੇ ਬਣੇ ਹੁੰਦੇ ਮੈਨੇਜਰ ਦੇ ਗੁਰਦੁਆਰਿਆਂ ਦੇ, ਉਹ ਕਈ ਵਾਰ ਦੇਖਿਆ ਉਹ ਪਾਠੀ ਨੂੰ ਕਹਿਣਗੇ ਜਾ ਉਥੋਂ ਆਂਡੇ ਫੜ ਕੇ ਲਈ, ਉਬਲੇ ਹੋਏ ਹੋਏ ਜਾ ਕੰਮ ਕਰਕੇ ਆਈ ਸਾਡਾ, ਆ ਜਾ ਨਿਆਣੇ ਖੜਾ ਲਿਆ ਸਾਡੇ, ਜਾਂ ਸਾਡੇ ਘਰੇ ਝਾੜੂ ਮਾਰ ਬਈ। ਉਹ ਝਾੜੂ ਮਾਰਨ ਗੁਰਦੁਆਰੇ ਤਾਂ ਕਹਿ ਦੋ ਚੱਲ ਠੀਕ ਹੈ, ਗੁਰੂ ਘਰ ਦੀ ਕੋਈ ਸੇਵਾ ਠੀਕ ਹੈ, ਆਪਦੇ ਹੀ ਕੰਮ ਕਰਾਈ ਜਾਂਦੇ ਹੋ, ਫਿਰ ਮਹਾਰਾਜ ਨਾਰਾਜ਼ ਹੋ ਜਾਂਦੇ ਨੇ, ਫਿਰ ਕਹਿੰਦੇ ਬੈਠੋ ਖਾਨੀ ਕੀ ਗੁਨਾਹ ਹੋ ਗਿਆ। ਪੌੜੀ ਤੂੰ ਸੱਚਾ ਸਾਹਿਬ ਯਤ ਵੱਡਾ ਤੋਹਿ ਜੇ ਵੱਡ ਤੂੰ ਵੱਡ ਵੱਡੇ। ਹੇ ਵੱਡੇ ਪ੍ਰਮਾਤਮਾ ਤੂੰ ਸੱਚਾ ਸਾਹਿਬ ਹੈ ਤੇ ਅਤਿਅੰਤ ਹੀ ਵੱਡਾ ਹੈ। ਤੇਰੇ ਜਿੱਡਾ ਵੱਡਾ ਤੂੰ ਆਪ ਹੀ ਹੈ, ਓਡਾ ਵੱਡਾ ਹੋਰ ਕੋਈ ਨਹੀਂ। ਤੇਰੇ ਜਿੱਡਾ ਵੱਡਾ ਤੂੰ ਆਪ ਹੀ ਵੱਡਾ, ਹੋਰ ਕੋਈ ਵੱਡਾ ਨਹੀਂ ਹੈ। ਜਿਸ ਤੂੰ ਮਿਲ ਹੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲਹੈ ਲੇਖਾ ਛੱਡੇ। ਜਿਹਨੂੰ ਤੂੰ ਆਪਣੇ ਨਾਲ ਮੇਲਦਾ ਉਹੀ ਤੈਨੂੰ ਮਿਲਦਾ ਹੈ। ਤੂੰ ਆਪ ਹੀ ਲੇਖਾ ਛੱਡ ਕੇ ਬਖਸ਼ ਲੈਂਦਾ ਜੀਵ ਨੂੰ। ਜਿਹਨੂੰ ਮਿਲਣਾ ਹੁੰਦਾ ਉਹਦਾ ਤਾਂ ਲੇਖਾ ਵੀ ਨਹੀਂ ਪੁੱਛਦੇ, ਤੇ ਜਿਹਨੂੰ ਨਹੀਂ ਮਿਲਣਾ ਉਹਨੂੰ ਲੇਖਿਆਂ 'ਚ ਪਾਈ ਰੱਖਦੇ। ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ ਮਨ ਗੜ ਗੱਡੇ। ਕਹਿੰਦੇ ਨਿਸ਼ਾਨੀ ਕੀ ਹੈ ਜੀ? ਪ੍ਰਮਾਤਮਾ ਨੇ ਇਹਨੂੰ ਮਿਲਾ ਲਿਆ। ਨਿਸ਼ਾਨੀ ਕੋਈ ਦੱਸ ਦਿਓ ਸਾਨੂੰ ਵੀ। ਕਹਿੰਦੇ ਪਰਮੇਸ਼ਰ ਜਿਹਨੂੰ ਤੂੰ ਆਪ ਗੁਰਾਂ ਦੇ ਨਾਲ ਮਿਲਾ ਦਿੰਦਾ। ਅਸਲ 'ਚ ਇਹ ਹੁੰਦਾ ਪਰਮੇਸ਼ਰ ਨੇ ਜਦੋਂ ਆਪ ਦੇ ਤੱਕ ਲਿਆਉਣਾ ਹੁੰਦਾ ਉਦੋਂ ਗੁਰੂ ਸਾਹਿਬ ਨਾਲ ਮਿਲਾ ਦਿੰਦੇ ਨੇ। ਕਹਿੰਦੇ ਉਹ ਇਨਸਾਨ ਮਨ ਨੂੰ ਕਹਿੰਦੇ ਗੱਡੇ ਦੀ ਨਿਆਈ ਗੱਡ ਕੇ ਸਤਿਗੁਰਾਂ ਨੂੰ ਸੇਵਦਾ। ਜਿਵੇਂ ਗੱਡਾ ਖੁੱਬਣ ਵਿੱਚ ਫਸਿਆ ਨਿਕਲਦਾ ਨਹੀਂ, ਕਹਿੰਦੇ ਉਹ ਮਨ ਨੂੰ ਖੁਭਾ ਕੇ ਗੁਰਾਂ ਨੂੰ ਸੇਵਦਾ। ਗੱਡ ਕੇ ਹੁੰਦਾ ਅਸਲ ਵਿੱਚ, ਇਹ ਤਾਂ ਕਟਾਕਸ਼ ਦਾ ਬਚਨ ਹੈ। ਗੱਡ ਕੇ ਚੰਗੀ ਤਰ੍ਹਾਂ ਇੱਕ ਮਨ ਹੋ ਕੇ ਸੇਵਾ ਕਰਦਾ ਖੁੱਭ ਕੇ। ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਪਿੱਛੇ ਵੀ ਤੂੰ ਸੱਚਾ ਸਾਹਿਬ ਸੀ, ਹੁਣ ਵੀ ਤੂੰ ਸੱਚਾ ਸਾਹਿਬ ਹੈ। ਜੀਵ ਨੂੰ ਜਿਹੜਾ ਪਿੰਡ ਸਰੀਰ ਹੈ, ਚੰਮ ਹੈ ਤੇ ਹੱਡ ਹੈ, ਸਭ ਕੁਝ ਤੇਰਾ ਹੀ ਦਿੱਤਾ ਹੋਇਆ। ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਸੱਚੇ ਪ੍ਰਮਾਤਮਾ ਜਿਵੇਂ ਆਪ ਜੀ ਨੂੰ ਭਾਵੇਂ ਉਵੇਂ ਹੀ ਸਾਨੂੰ ਰੱਖ ਲੈ ਬਸ। ਹੇ ਵੱਡਿਆਂ ਤੋਂ ਵੱਡੇ, ਮੇਰੇ ਮਨ ਵਿੱਚ ਇੱਕ ਆਪ ਜੀ ਦੀ ਆਸ ਹੈ ਜੀ। ਅੱਗੇ ਲਿਖਿਆ 33, ਅੱਗੇ ਲਿਖਿਆ 1। ਇਹ 33 ਦਾ ਮਤਲਬ ਹੈ ਕਿ ਇਸ ਪੂਰੀ ਵਾਰ ਦੇ ਵਿੱਚ 33 ਸ਼ਲੋਕ ਆਏ ਨੇ, ਤੇ 33 ਸ਼ਲੋਕ ਅੱਗੇ ਤੋਂ ਇਹਦੇ ਨਾਲ ਲਿਖਿਆ ਇੱਕ ਪਰ ਵਾਰ ਸਾਰੀ ਇੱਕੋ ਹੀ ਹੈ। ਅੱਗੇ ਲਿਖਿਆ ਸੁੱਧ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਥਨ ਕਰਦੇ ਭਾਈ ਇਹ ਵਾਰ ਬਿਲਕੁਲ ਨਿਰਸੰਦੇਹ ਸੁੱਧ ਹੈ, ਇਸ ਵਿੱਚ ਕਿਸੇ ਕਿਸਮ ਦੀ ਅਦਲਾ ਬਦਲੀ ਨਹੀਂ ਕਰਨੀ। ਇਹ ਗੌੜੀ ਦੀ ਪਹਿਲੀ ਵਾਰ ਸੀ ਜੋ ਸਮਾਪਤ ਹੋਈ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੋ 318 ਅੰਗ ਤੇ ਦੂਸਰੀ ਵਾਰ ਪਰ ਆਰੰਭ ਕਰਦੇ ਹਨ। ਗੌੜੀ ਕੀ ਵਾਰ ਮਹੱਲਾ ਪੰਜਵਾ। ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾ। ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਨ। ਸੋ ਇਹ ਜਿਹੜਾ ਪਹਿਲਾਂ ਆਪਾਂ ਬਚਨ ਕੀਤਾ ਗੌੜੀ ਕੀ ਵਾਰ, ਗੌੜੀ ਰਾਗ ਦੀ ਵਾਰ ਹੈ ਮਹੱਲਾ ਪੰਜਵਾਂ। ਪਹਿਲਾਂ ਮਹੱਲਾ ਚੌਥਾ ਦੀ ਵਾਰ ਸੀ ਪੰਜਵੇਂ ਪਾਤਸ਼ਾਹ ਦੀ, ਹੁਣ ਵਾਰ ਹੈ ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇਹ ਗੌੜੀ ਦੀ ਦੂਜੀ ਵਾਰ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਮਹਾਰਾਜ ਨੇ ਉਚਾਰਨ ਕੀਤੀ ਹੈ। ਸ਼ਲੋਕ ਅਤੇ ਵਾਰ, ਵਾਰ ਮਤਲਬ ਪੌੜੀਆਂ ਸਭ ਪੰਜਵੇਂ ਪਾਤਸ਼ਾਹ ਦੀਆਂ ਆਉਣਗੀਆਂ, ਸ਼ਲੋਕ ਵੀ ਉਹਨਾਂ ਦੇ ਹੋਣਗੇ। ਰਾਏ ਕਮਾਲ ਦੀ ਮੋਜ ਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ। ਇਹ ਅੱਖਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਪਾਸੋਂ ਆਪ ਲਿਖਵਾਏ ਸੀ। ਰਾਏ ਕਮਾਲ ਦੀ ਤੇ ਰਾਏ ਸਾਰੰਗ ਦੋਨੋਂ ਸਕੇ ਭਰਾ ਸੀ। ਇਹ ਦੋਵੇਂ ਦਿੱਲੀ ਵਿੱਚ ਅਕਬਰ ਬਾਦਸ਼ਾਹ ਦੇ ਕੋਲ ਟਕੇ ਭਰਦੇ ਹੁੰਦੇ ਸੀ, ਮਾਮਲਾ ਜਾਂ ਟੈਕਸ ਦਿੰਦੇ ਹੁੰਦੇ ਸੀ। ਰਾਏ ਸਾਰੰਗ ਦਿਲੋਂ ਸਾਫ਼ ਸੀ ਤੇ ਰਾਏ ਕਮਾਲ ਦੀ ਦਿਲ ਦਾ ਕਪਟੀ ਬੰਦਾ ਸੀ। ਜਿਸ ਵੇਲੇ ਟਕੇ ਭਰਨ ਦਾ ਵੇਲਾ ਆਵੇ ਤਾਂ ਰਾਏ ਕਮਾਲ ਦੀ ਰਾਏ ਸਾਰੰਗ ਪਾਸੋਂ ਟਕੇ ਲੈ ਕੇ ਦਿੱਲੀ ਚਲਿਆ ਜਾਵੇ। ਬਾਦਸ਼ਾਹੀ ਕਚਹਿਰੀ ਵਿੱਚ ਜਾ ਕੇ ਆਪਣੇ ਵੱਲੋਂ ਟਕੇ ਦੇ ਕੇ ਆਪਣੇ ਆਪ ਨੂੰ ਹਾਜ਼ਰ ਲਿਖਵਾ ਦੇਵੇ, ਤੇ ਰਾਏ ਸਾਰੰਗ ਵੱਲੋਂ ਟਕੇ ਨਾ ਦੇਵੇ ਤੇ ਉਹਨੂੰ ਗੈਰ ਹਾਜ਼ਰ ਲਿਖਵਾ ਦਿਆ ਕਰੇ। ਜਦ 2-3 ਸਾਲ ਗੈਰ ਹਾਜ਼ਰ ਲਿਖਵਾਉਂਦਾ ਰਿਹਾ ਤਾਂ ਅਕਬਰ ਨੇ ਸੋਚੇ ਵਿਚਾਰ ਤੋਂ ਬਿਨਾਂ ਹੀ ਸਿਪਾਹੀ ਭੇਜ ਕੇ ਨਾ ਰਾਏ ਸਾਰੰਗ ਨੂੰ ਸ਼ਾਹੀ ਕੈਦ ਵਿੱਚ ਬੰਦ ਕਰਵਾਤਾ ਵੀ ਇਹਨੇ 3 ਸਾਲ ਤੋਂ ਟੈਕਸ ਨਹੀਂ ਦਿੱਤਾ।
ਇੱਕ ਉਮਰਾ ਜਿਹੜਾ ਸੀ ਨਾ, ਰਾਏ ਸਾਰੰਗ ਦਾ ਬੜਾ ਮਿੱਤਰ ਸੀ। ਜਦ ਉਹਨੇ ਸੁਣਿਆ ਕਿ ਮੇਰਾ ਮਿੱਤਰ ਸ਼ਾਹੀ ਕੈਦ ਅੰਦਰ ਹੈ, ਤਾਂ ਉਹ ਉਹਨੂੰ ਆ ਕੇ ਮਿਲਿਆ, ਸਾਰਾ ਹਾਲ ਪੁੱਛ ਕੇ, ਬਈ ਇਹ ਤਾਂ ਬਦੋਸ਼ਾ ਵਿਚਾਰਾ ਅਕਬਰ ਬਾਦਸ਼ਾਹ ਨੂੰ। ਫਿਰ ਉਹਨੇ ਜਾ ਕੇ ਕਿਹਾ ਵੀ ਬਦੋਸ਼ੇ ਆਦਮੀ ਨੂੰ ਕਾਹਨੂੰ ਫੜਿਆ, ਸਾਰੀ ਗੱਲ ਦੱਸੀ, ਛੁਡਵਾਤਾ। ਜਦੋਂ ਛੁੱਟ ਕੇ ਬਾਹਰ ਆਇਆ ਤਾਂ ਰਾਏ ਕਮਾਲਦੀ ਨੂੰ ਪਤਾ ਲੱਗ ਗਿਆ। ਉਸ ਵੇਲੇ ਇੱਕ ਸ਼ਰਾਬ ਦੀ ਤੇ ਦੂਜੀ ਮੋਹਰੇ ਦੀ ਬੋਤਲ ਲੈ ਕੇ ਅੱਗੇ ਆ ਮਿਲੇ, ਚਰਨੀ ਪੈ ਕੇ ਆਪਣੀ ਭੁੱਲ ਬਖਸ਼ਾਈ। ਰਾਏ ਸਾਰੰਗ ਨੇ ਕਿਹਾ, ਮੈਂ ਤੇਰੇ ਪਰ ਪ੍ਰਸੰਨ ਹਾਂ, ਤੂੰ ਕੋਈ ਫਿਕਰ ਨਾ ਕਰ। ਰਾਏ ਕਮਾਲਦੀ ਨੇ ਕਿਹਾ, ਮੈਂ ਤਦ ਪ੍ਰਸੰਨ ਸਮਝਾਂਗਾ ਜੇ ਤੂੰ ਮੇਰੇ ਹੱਥੋਂ ਸ਼ਰਾਬ ਪੀਵੇਂ ਤੇ ਮੈਂ ਤੇਰੇ ਹੱਥੋਂ ਪੀਵਾਂ। ਰਾਏ ਸਾਰੰਗ ਮੰਨ ਗਿਆ। ਰਾਏ ਕਮਾਲਦੀ ਨੇ ਸ਼ਰਾਬ ਦੀ ਬੋਤਲ ਰਾਏ ਸਾਰੰਗ ਦੇ ਹੱਥ ਦੇ ਦਿੱਤੀ ਤੇ ਮੋਹਰੇ ਵਾਲੀ ਬੋਤਲ ਆਪਣੇ ਹੱਥ ਵਿੱਚ ਰੱਖੀ। ਜਿਸ ਵੇਲੇ ਆਪਸ ਵਿੱਚ ਮਿਲ ਕੇ ਕੁਝ ਖਾਣਾ ਖਾ ਚੁੱਕੇ ਤਾਂ ਰਾਏ ਸਾਰੰਗ ਨੇ ਸ਼ਰਾਬ ਵਾਲੀ ਬੋਤਲ ਖੋਲ੍ਹ ਕੇ ਰਾਏ ਕਮਾਲਦੀ ਨੂੰ ਦੇ ਦਿੱਤੀ ਤੇ ਰਾਏ ਕਮਾਲਦੀ ਨੇ ਮੋਹਰੇ ਵਾਲੀ ਬੋਤਲ ਖੋਲ੍ਹ ਕੇ ਰਾਏ ਸਾਰੰਗ ਨੂੰ ਪਿਲਾਤੀ। ਉਹ ਪੀਂਦਿਆਂ ਸਾਰੀ ਦਮ ਤੋੜ ਗਿਆ, ਚੜ੍ਹਾਈ ਕਰ ਗਿਆ। ਜਿਸ ਵੇਲੇ ਰਾਏ ਸਾਰੰਗ ਦੇ ਪੁੱਤਰ ਮੋਜਦੀ ਨੇ ਆਪਣੇ ਪਿਤਾ ਦਾ ਮਰਨਾ ਸੁਣਿਆ ਤਾਂ ਉਹਨੇ ਆਪਣੇ ਨਾਨਕਿਆਂ ਦੀ ਮਦਦ ਲੈ ਕੇ ਆਪਣੇ ਚਾਚੇ ਰਾਏ ਕਮਾਲਦੀ ਨਾਲ ਜੰਗ ਸ਼ੁਰੂ ਕਰਤਾ। ਮੋਜਦੀ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਏ ਕਮਾਲਦੀ ਜੰਗ ਕਰਦਾ ਹੋਇਆ ਮਰ ਗਿਆ। ਤਾਂ ਮੋਜਦੀ ਨੇ ਆਪ ਤਖਤ ਉੱਤੇ ਫਿਰ ਬੈਠ ਕੇ ਰਾਜ ਭਾਗ ਦਾ ਜਿਹੜਾ ਕੰਮ ਸੀ ਉਹ ਚੰਗੀ ਸੋਹਣੀ ਰਾਜਨੀਤੀ ਨਾਲ ਚਲਾਇਆ ਅਤੇ ਰਾਏ ਕਮਾਲਦੀ ਦਾ ਪੁੱਤਰ ਜੋ ਰਣਧੀਰਾ ਨਾਮ ਕਰਕੇ ਸੀ ਉਹਨੂੰ ਵੀ ਅੱਧਾ ਰਾਜ ਦੇ ਦਿੱਤਾ। ਬਈ ਬੜਾ ਚੰਗਾ ਨਿਕਲਿਆ ਭਾਵ ਕਹਿਣ ਤੋਂ। ਫਿਰ ਇਹਦੀ ਵਾਰ ਸੀ ਜੰਗ ਦੀ। 6ਵੇਂ ਪਾਤਸ਼ਾਹ ਨੇ ਉਸ ਵਿੱਚ ਜੰਗ ਦੀਆਂ ਵਾਰਾਂ ਤਾਈਓ ਅੱਗੇ ਲਿਆਂਦੀਆਂ ਸੀ ਕਿਉਂਕਿ ਸਿੰਘਾਂ ਨੂੰ ਵੀਰ ਰਸ ਵੀ ਦੇਣਾ ਸੀ। ਨਾਲ ਢਾਡੀ ਨੱਥਾ ਤੇ ਅਬਦੁੱਲਾ ਜੀ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਗਾਇਆ ਕਰਦੇ ਸੀ। ਢਾਡੀਆਂ ਨੇ ਇਹਨਾਂ ਦੀ ਬਹਾਦਰੀ ਦੀ ਵਾਰ ਅਕਾਲ ਤਖਤ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਜ਼ੂਰੀ 'ਚ ਹਾਜ਼ਰ ਹੋ ਕੇ ਸਾਜ਼ਾਂ ਨਾਲ ਗਾ ਕੇ ਮਹਾਰਾਜ ਨੂੰ ਸੁਣਾਈ ਤਾਂ ਸਤਿਗੁਰੂ ਵੀ ਬੜੇ ਪ੍ਰਸੰਨ ਹੋਏ ਤੇ ਰਾਗੀਆਂ ਨੇ ਗੌੜੀ ਦੀ ਵਾਰ ਨੂੰ ਇਸੇ ਧੁਨ ਵਿੱਚ ਗਾਉਣ ਦਾ ਹੁਕਮ ਦਿੱਤਾ। ਰਾਏ ਮੋਜਦੀ ਵਾਲੀ ਵਾਰ ਦੀ ਪੌੜੀ ਢਾਡੀਆਂ ਨੇ 5 ਤੁਕੀ ਉਚਾਰਨਾ ਕੀਤੀ ਤੇ ਗੌੜੀ ਦੀ ਵਾਰ ਦੀਆਂ ਪੌੜੀਆਂ ਵੀ 5 ਤੁਕਾਂ ਵਾਲੀਆਂ ਨੇ। ਸੋ ਜੋ ਤੁਧ ਭਾਵੈ ਸੋ ਭਲਾ ਸੱਚ ਤੇਰਾ ਭਾਣਾ। ਤੇ ਇਸ ਪ੍ਰਕਾਰ ਉਹਨਾਂ ਦੀ ਜਿਹੜੀ ਵਾਰ ਸੀ ਬਹਾਦਰੀ ਦੀ, ਨੱਥਾ ਤੇ ਅਬਦੁੱਲਾ ਢਾਡੀ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਜਦੋਂ ਗਾਇਆ ਕਰਦੇ ਸੀ ਤਾਂ ਕਿ ਸਿੰਘਾਂ 'ਚ ਵੀਰ ਰਸ ਆ ਜੇ, ਬਹਾਦਰੀ ਭਰ ਜਾਵੇ। ਉਹ ਇਸ ਪ੍ਰਕਾਰ ਇਹ ਪੜ੍ਹਿਆ ਕਰਦੇ ਸਨ। ਰਾਣਾ ਰਾਏ ਕਮਾਲ ਦੀ ਰਣ ਭਾਰਾ ਬਾਹੀ, ਮੋਜ ਦੀ ਤਲਵੰਡੀਓਂ ਚੜਿਆ ਜਾ ਬਾਹੀ, ਢਾਲੀ ਅੰਬਰ ਛਾਇਆ ਫੁੱਲੇ ਅੱਖ ਕਾਹੀ, ਜੁੱਟੇ ਆਮੋ ਸਾਹਮਣੇ ਨੇਜੇ ਚਲਕਾਹੀ, ਮੋਝੇ ਘਰ ਵਧਾਈਆਂ ਘਰ ਚਾਚੇ ਤਾਹੀ। ਇਸ ਪ੍ਰਕਾਰ ਜਦੋਂ ਵਾਰ ਉਹਨਾਂ ਨੇ ਗਾਈ ਜੰਗ ਦੀ, ਸੂਰਮਿਆਂ ਨੂੰ ਵੀਰ ਰਸ ਦੇਣ ਲਈ 6ਵੇਂ ਪਾਤਸ਼ਾਹ ਨੇ ਧੁਨਾਂ ਚੜਾਈਆਂ 9 ਔਰ 10ਵੇਂ ਪਾਤਸ਼ਾਹ ਵਿੱਚ ਚੰਡੀ ਦੀ ਵਾਰ, ਹੋਰ ਵਾਰਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵੀਰ ਰਸੀ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਇਹ ਤਾਈਓ ਉੱਪਰ ਲਿਖਿਆ ਹੋਇਆ। ਸੋ ਇਹ ਵਾਰ ਪ੍ਰਾਰੰਭ ਕਰਦੇ ਨੇ ਮਹਾਰਾਜ 5ਵੇਂ ਪਾਤਸ਼ਾਹ। ਸ਼ਲੋਕ ਮਹੱਲਾ 5ਵਾਂ। ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਮਾਣ, ਤਿਸ ਜਨ ਕੈ ਬਲਿਹਾਰਨੈ ਜਿਨ ਭਜਿਆ ਪ੍ਰਭ ਨਿਰਮਾਣ। ਜਿਹੜੇ ਇਨਸਾਨ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਦੇ ਸੰਸਾਰ ਵਿੱਚ ਕਹਿੰਦੇ ਉਹੀ ਪੁਰਸ਼ ਆਇਆ ਹੋਇਆ ਭਾਈ ਪ੍ਰਮਾਣੀਕ ਹੈ। ਕਹਿੰਦੇ ਅਸੀਂ ਉਸ ਰੱਬ ਦੇ ਪਿਆਰੇ ਤੋਂ ਬਲਿਹਾਰ ਜਾਂਦੇ ਹਾਂ ਜਿਹਨੇ ਨਿਰਬੰਧ ਵਾਹਿਗੁਰੂ ਨੂੰ ਭਜਿਆ ਜਪਣਾ ਕੀਤਾ। ਜਨਮ ਮਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਸੁਜਾਨ। ਹਰੀ ਸੁਜਾਨ ਪੁਰਖ ਜੀ ਨੂੰ ਮਿਲਿਆ, ਉਹਦਾ ਜਨਮ ਮਰਨ ਦੁੱਖ ਵਾਹਿਗੁਰੂ ਨੇ ਕਿਰਪਾ ਕਰਕੇ ਕੱਟ ਦਿੱਤਾ ਹੈ। ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ। ਮਹਾਰਾਜ ਜੀ ਕਥਨ ਕਰਦੇ ਨੇ ਸੰਤਾਂ ਦੇ ਸੰਗ ਵਿੱਚ ਰਹਿਣ ਕਰਕੇ ਜਿਨ੍ਹਾਂ ਨੂੰ ਸੱਚਾ ਗਿਆਨ ਦਾ ਤਾਣ ਹੁੰਦਾ, ਬਲ ਪ੍ਰਾਪਤ ਹੋਇਆ, ਉਹ ਪੁਰਸ਼ ਸੰਸਾਰ ਸਮੁੰਦਰ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਤਰ ਗਏ ਨੇ। ਮਹੱਲਾ 5ਵਾਂ। ਭਲਕੇ ਉੱਠ ਪਰਾਹੁਣਾ ਮੇਰਾ ਘਰ ਆਵੋ। ਕਹਿੰਦੇ ਹੇ ਭਗਵਾਨ ਵਾਹਿਗੁਰੂ, ਜਿਸ ਸੰਤ ਨੇ ਆਪਣੇ ਆਪ ਨੂੰ ਸੰਸਾਰ ਵਿੱਚ ਪ੍ਰਾਹੁਣਾ ਰੂਪ ਨਿਸ਼ਚੈ ਕੀਤਾ, ਜੋ ਸੰਤ ਪ੍ਰਾਹੁਣਾ ਪੂਜਨੀਕਾ ਭਲਕੇ ਹੁੰਦਾ, ਸਵੇਰੇ ਉੱਠਦੇ ਹੀ ਮੇਰੇ ਘਰ ਆਵੇ। ਇਹ ਕਿਰਪਾ ਕਰੋ ਮੈਨੂੰ ਸਵੇਰੇ ਹੀ ਮਹਾਂਪੁਰਖਾਂ ਦੇ ਦਰਸ਼ਨ ਹੋਣ। ਪਾਓ ਪਖਾਲਾਂ ਤਿਸਕੇ ਮਨ ਤਨ ਨਿਤ ਭਾਵੋਂ। ਮੈਂ ਉਹਦੇ ਚਰਨ ਧੋਣਾ ਰੋਜ਼ ਕਰਾਂ। ਬਸ ਇਹ ਕਿਰਪਾ ਕਰੋ ਰੋਜ਼ ਮੈਨੂੰ ਰੱਬ ਦੇ ਪਿਆਰੇ ਮਿਲਣ, ਰੋਜ਼ ਚਰਨ ਧੋਵਾਂ। ਮੇਰੇ ਮਨ ਤਨ ਵਿੱਚ ਇਹੀ ਕਰਤੱਵ ਕਰਨਾ ਚੰਗਾ ਲੱਗਦਾ ਹੈ। ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋਂ। ਫਿਰ ਉਹਨਾਂ ਪਾਸੋਂ ਨਾਮ ਨੂੰ ਸੁਣਾ, ਨਾਮ ਨੂੰ ਸੰਗ੍ਰਹਿ ਇਕੱਠਾ ਕਰਾਂ ਤੇ ਨਾਮ ਦੇ ਵਿੱਚ ਹੀ ਬਿਰਤੀ ਲਗਾਵਾਂ। ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋਂ। ਕਿਉਂਕਿ ਵਾਹਿਗੁਰੂ ਦੇ ਗੁਣ ਗਾਉਣ ਕਰਕੇ ਘਰ ਤੇ ਧਨ ਸਭ ਪਵਿੱਤਰ ਹੋ ਜਾਣਗੇ। ਹਰ ਨਾਮ ਵਾਪਾਰੀ ਨਾਨਕਾ ਵਡ ਭਾਗੀ ਪਾਵੋਂ।
ਮਹਾਰਾਜ ਕਥਨ ਕਰਦੇ, ਹਰੀ ਨਾਮ ਦਾ ਵਪਾਰੀ ਜੋ ਸੰਤ ਹੈ ਨਾ, ਉਹਨੂੰ ਵੱਡਿਆਂ ਭਾਗਾਂ ਨਾਲ ਪ੍ਰਾਪਤ ਕਰੀਦਾ, ਕਿਉਂਕਿ ਨਾਮ ਦੇ ਵਪਾਰੀ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਪੌੜੀ ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਪਾਣਾ, ਤੂੰ ਸਭ ਮੈਂ ਏਕ ਵਰਤਦਾ, ਸਭ ਮਾਹੇ ਸਮਾਣਾ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ। ਪੌੜੀ 'ਚ ਫਰਮਾਉਂਦੇ ਨੇ ਮਹਾਰਾਜ ਕਿ ਅਤੇ ਤੇਰਾ ਭਾਣਾ ਹੀ ਸੱਚਾ। ਪਿੱਛੇ ਵੀ ਸਾਰਿਆਂ ਵਿੱਚ ਇੱਕ ਤੂੰ ਹੀ ਵਰਤ ਰਿਹਾ ਸੀ, ਹੁਣ ਵੀ ਸਾਰਿਆਂ ਵਿੱਚ ਤੂੰ ਹੀ ਸਮਾ ਰਿਹਾ ਹੈ। ਤਾਨ ਤਨੰਤਰ ਰਵ ਰਹਿਆ, ਜੀ ਅੰਦਰ ਜਾਣਾ, ਸਾਧ ਸੰਗ ਮਿਲ ਪਾਈਐ, ਮਨ ਸੱਚੇ ਪਾਣਾ। ਮੈਂ ਆਪਣੇ ਜੀ ਅੰਦਰ ਜਾਣਾ ਤੋਂ ਭਾਵ ਦਿਲ ਵਿੱਚ ਜਾਣਿਆ ਕਿ ਇੱਕ ਤੂੰ ਹੀ ਥਾਨਾਂ ਤੇ ਥਨੰਤਰ ਹੁੰਦਾ, ਜੀਵਾਂ ਦੇ ਵਿੱਚ ਰਵ ਰਿਹਾ। ਹੇ ਸੱਚੇ, ਸਤਸੰਗ ਵਿੱਚ ਮਿਲ ਕੇ ਤੇਰਾ ਭਾਣਾ ਮੰਨਣਾ ਪਾਈਦਾ। ਨਾਨਕ ਪ੍ਰਭ ਸਰਣਾਗਤੇ, ਸਤ ਸਦ ਕੁਰਬਾਨਾ। ਮਹਾਰਾਜ ਕਥਨ ਕਰਦੇ, ਵਾਹਿਗੁਰੂ ਤੇਰੀ ਸ਼ਰਨ ਵਿੱਚ ਜਿਹੜੀ ਗਤੀ ਤੋਂ ਭਾਵ ਆ ਕੇ ਪ੍ਰਾਪਤੀ ਆ ਨਾ, ਸਰਣ ਆ ਗਤੀ, ਸਰਣ ਨੂੰ ਪ੍ਰਾਪਤ ਹੋਏ ਆ, ਤੇਰੀ ਸ਼ਰਨ ਵਿੱਚ ਗਤੀ ਪ੍ਰਾਪਤੀ ਹੋ ਕੇ ਤੇਰੇ ਉੱਪਰ ਮੈਂ ਸਦੀਵ ਕਾਲ ਤੋਂ ਬਲਿਹਾਰ ਬਲਿਹਾਰ ਕੁਰਬਾਨ ਕੁਰਬਾਨ ਜਾਂਦਾ। ਤੋ ਇਹ ਦੇਖੋ, ਕਿਉਂਕਿ ਰਾਏ ਮੋਇਦੀ ਦੀ ਵਾਰ ਦੀਆਂ 5 ਲਾਈਨਾਂ ਹੀ ਪੜ੍ਹੀਆਂ ਸੀ ਆਪਾਂ ਨੇ। ਮਹਾਰਾਜ ਨੇ ਕਿਹਾ ਇਸ ਵਾਰ ਦੀ ਪੌੜੀ ਦੀਆਂ ਜਿੰਨੀਆਂ ਵੀ ਪੰਗਤੀਆਂ ਵੀ 5 ਹੀ ਹੋਣਗੀਆਂ। 5 ਪੰਗਤੀਆਂ ਉਚਾਰ ਕੇ ਇੱਥੇ ਮਹਾਰਾਜ ਨੇ ਇਸ ਵਾਰ ਦਾ ਪਹਿਲਾ ਸ਼ਲੋਕ ਤੇ ਮਹੱਲਾ 5ਵਾਂ ਤੇ ਪੌੜੀ ਵਿੱਚ ਸਿੱਖਿਆ ਬਖਸ਼ਿਸ਼ ਕੀਤੀ ਹੈ। ਫਿਰ ਅੱਗੇ ਸ਼ਰਵਣ ਕਰਾਂਗੇ, ਮਹਾਰਾਜ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।